ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਈਵਨਿੰਗ ਟੂ ਆਲ ਦਾ ਵਿਊਅਰਸ ਆਫ ਜਸਟ ਪੰਜਾਬੀ। ਮੈਂ ਗੀਤ ਤੁਹਾਡੇ ਸਾਰਾ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਅੱਜ ਦਾ ਮੁੱਦਾ ਬੇहद ਸੈਂਸਿਟਿਵ ਹੈ ਤੇ ਜਿੰਨਾ ਸੈਂਸਿਟਿਵ ਹੈ ਉਸ ਤੋਂ ਵੱਧ ਜ਼ਰੂਰੀ ਹੈ ਉਸ ਤੇ ਗੱਲ ਕਰਨਾ, ਸਮੱਸਿਆ ਤੇ ਵਿਚਾਰਨਾ। ਅੱਜ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਰੀਅਲ ਟ੍ਰੈਜੇਡੀ ਸ਼ੇਅਰ ਕਰਾਂਗੀ। ਤੁਹਾਨੂੰ ਦੱਸ ਦਈਏ ਕਿ ਇਹ ਕਹਾਣੀ ਤੁਸੀਂ ਕਹਿ ਲਓ ਇੱਕ ਮੈਡੀਕਲ ਸਟੂਡੈਂਟ ਦੀ ਨਹੀਂ, ਇਹ ਕਹਾਣੀ ਇੱਕ ਸੁਪਨੇ ਦੀ ਹੈ ਤੇ ਇੱਕ ਐਸੇ ਨੌਜਵਾਨ ਦੀ ਹੈ ਜੋ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਸੀ ਤੇ ਇਹ ਸੁਪਨਾ ਬਚਪਨ ਤੋਂ ਹੀ ਵੇਖਿਆ ਗਿਆ ਇੱਕ ਸੁਪਨਾ। 24 ਸਾਲ ਦਾ ਵੈਭਵ ਦੁੱਗਲ, ਡਾਕਟਰ ਵੈਭਵ ਦੁੱਗਲ ਇੱਕ ਬ੍ਰਾਈਟ, ਮਿਹਨਤੀ ਤੇ ਪ੍ਰੋਮਿਸਿੰਗ ਮੈਡੀਕਲ ਸਟੂਡੈਂਟ। ਪਰ ਜੋ ਉਸ ਦੇ ਨਾਲ ਹੋਇਆ ਉਹ ਇਹ ਸਵਾਲ ਛੱਡ ਜਾਂਦਾ ਹੈ ਕਿ ਸਿਸਟਮ ਕਦੇ-ਕਦੇ ਆਪਣੀ ਜ਼ਿੰਮੇਵਾਰੀ ਕਿਉਂ ਭੁੱਲ ਜਾਂਦਾ ਹੈ। ਇੱਕ ਪੇਸ਼ੈਂਟ ਕੰਪਲੇਂਟ ਨੂੰ ਬਿਨਾਂ ਪ੍ਰੋਪਰ ਇਨਵੈਸਟੀਗੇਸ਼ਨ, ਆਈ ਰਿਪੀਟ, ਇੱਕ ਪੇਸ਼ੈਂਟ ਕੰਪਲੇਂਟ ਨੂੰ ਬਿਨਾਂ ਪ੍ਰੋਪਰ ਇਨਵੈਸਟੀਗੇਸ਼ਨ, ਬਿਨਾਂ ਡਿਊ ਪ੍ਰੋਸੈਸ, ਥਰਡ ਤੇ ਬਿਨਾਂ ਮੈਂਟਲ ਸਪੋਰਟ ਹੈਂਡਲ ਕੀਤਾ ਜਾਂਦਾ ਹੈ। ਵੈਭਵ ਤੇ ਕਈ ਐਲੀਗੇਸ਼ਨਸ ਲਗਾਏ ਗਏ ਜਿਸ ਦੇ ਬਾਰੇ ਤੁਹਾਨੂੰ ਤਫਸੀਲ ਦੇ ਨਾਲ ਜਾਣਕਾਰੀ ਦਿੱਤੀ ਜਾਵੇਗੀ ਲੇਟਰ ਔਨ। ਵੈਭਵ ਨੂੰ ਇਹ ਕਹਿ ਦਿੱਤਾ ਗਿਆ ਕਿ ਜਿੱਦਾਂ ਦੇ ਉਸ ਤੇ ਆਰੋਪ ਨੇ ਉਸਦਾ ਮੈਡੀਕਲ ਕੈਰੀਅਰ ਖਤਮ ਹੋ ਸਕਦਾ ਹੈ ਤੇ ਇਹ ਸ਼ਬਦ, ਇਹ ਲਾਈਨਾਂ ਉਸਦੇ ਲਈ ਸਿਰਫ ਇੱਕ ਐਲੀਗੇਸ਼ਨ ਨਹੀਂ ਸੀ, ਇਹ ਮੈਂਟਲ ਪ੍ਰੈਸ਼ਰ ਸੀ, ਅਨਸਰਟੇਨਟੀ ਸੀ ਲਾਈਫ ਦੀ ਤੇ ਇਹ ਪ੍ਰੈਸ਼ਰ ਅਨਫੋਰਚੂਨੇਟਲੀ ਮੈਂ ਕਹਾਂਗੀ ਉਸਦੇ ਬਸ ਤੋਂ ਬਾਹਰ ਹੋ ਗਿਆ। ਵੈਭਵ ਨੇ ਉਮੀਦ ਹਾਰ ਦਿੱਤੀ ਤੇ ਦਰਸ਼ਕੋ ਅੱਜ ਦਾ ਮੁੱਦਾ ਇਹ ਹੈ ਕਿ ਇਹ ਟ੍ਰੈਜੇਡੀ ਕੀ ਰੋਕੀ ਜਾ ਸਕਦੀ ਸੀ, ਕਿ ਇੰਸਟੀਟਿਊਸ਼ਨਸ ਨੂੰ, ਸਿਰਫ ਇੱਕ ਇੰਸਟੀਟਿਊਸ਼ਨ ਦੀ ਗੱਲ ਨਹੀਂ ਹੈ, ਕਿ ਬਥੇਰੇ ਹੋਰ ਇੰਸਟੀਟਿਊਸ਼ਨਸ ਨੂੰ ਸਿਰਫ ਆਪਣੀ ਰੈਪੂਟੇਸ਼ਨ ਦੀ ਚਿੰਤਾ ਹੋਣੀ ਚਾਹੀਦੀ ਹੈ ਜਾਂ ਫਿਰ ਉੱਥੇ ਪੜ੍ਹ ਰਹੇ, ਟ੍ਰੇਨਿੰਗ ਲੈ ਰਹੇ ਸਟੂਡੈਂਟਸ ਦੀ ਮੈਂਟਲ ਹੈਲਥ ਦੀ ਵੀ ਚਿੰਤਾ ਹੋਣੀ ਚਾਹੀਦੀ ਹੈ ਤੇ ਕਿ ਇਹ ਸਿਸਟਮ ਹੋਰ ਕਿਸੇ ਵੈਭਵ ਨੂੰ ਇਹ ਰਾਹ ਚੁਣਨ ਲਈ ਮਜਬੂਰ ਕਰੇਗਾ। ਇਹ ਸਾਰੇ ਸਵਾਲ ਅੱਜ ਦਾ ਮੁੱਦਾ ਦੇ ਵਿੱਚ ਅਸੀਂ ਲੈ ਕੇ ਆਏ ਹਾਂ। ਐਂਡ ਇਸ ਤੋਂ ਪਹਿਲਾਂ ਕਿ ਅੱਜ ਇਸ ਪੂਰੇ ਟ੍ਰੈਜੇਡੀ ਬਾਰੇ ਆਪਾਂ ਤਫਸੀਲ ਨਾਲ ਤੁਹਾਨੂੰ ਜਾਣਕਾਰੀ ਦਈਏ ਉਹਨਾਂ ਦੇ ਫੈਮਿਲੀ ਮੈਂਬਰਸ ਵੱਲੋਂ, ਉਸ ਤੋਂ ਪਹਿਲਾਂ ਕਿਸ ਪ੍ਰੋਮਿਸ ਦੇ ਨਾਲ ਸ਼ੁਰੂ ਹੁੰਦੀ ਹੈ ਡਾਕਟਰ ਵੈਭਵ ਦੁੱਗਲ 24 ਸਾਲ ਦੇ ਨੌਜਵਾਨ ਦੀ ਇਹ ਕਹਾਣੀ, ਉਸ ਦੇ ਉੱਤੇ ਇੱਕ ਛੋਟਾ ਜਿਹਾ ਪੈਕੇਜ। ਅੱਜ ਦੀ ਵੀਡੀਓ ਬਹੁਤ ਸੀਰੀਅਸ ਤੇ ਇੰਪੋਰਟੈਂਟ ਹੈ ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਟੈਕਸਸ ਟੈਕ ਯੂਨੀਵਰਸਿਟੀ ਦੇ ਇੱਕ ਸਟੂਡੈਂਟ ਵੈਭਵ ਦੀ, ਜਿੱਥੇ ਐਲੀਗੇਸ਼ਨਸ ਨੇ ਕਿ ਡਿਨਾਇਲ ਆਫ ਡਿਊ ਪ੍ਰੋਸੈਸ ਅਤੇ ਡਿਸਕ੍ਰਿਮੀਨੇਸ਼ਨ ਨੇ ਸਿਚੁਏਸ਼ਨ ਨੂੰ ਬਹੁਤ ਵਰਸ ਕਰ ਦਿੱਤਾ ਅਤੇ ਸੈਡਲੀ ਇੱਕ ਸਟੂਡੈਂਟ ਦੀ ਲਾਈਫ ਖਤਮ ਹੋ ਗਈ। ਦੋਸਤੋ, ਇਹ ਟੌਪਿਕ ਸੈਂਸਿਟਿਵ ਹੈ ਪਰ ਇਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਸਟਿਸ ਅਤੇ ਫੇਅਰਨੈਸ ਹਰ ਸਟੂਡੈਂਟ ਦਾ ਰਾਈਟ ਹੈ। ਨਾਓ ਅਕੋਰਡਿੰਗ ਟੂ ਦ ਕਲੇਮਸ ਇਨ ਦਿਸ ਕੇਸ, ਵੈਭਵ ਉੱਤੇ ਯੂਨੀਵਰਸਿਟੀ ਲੈਵਲ ਤੇ ਇੱਕ ਕੰਡਕਟ ਵਾਇਓਲੇਸ਼ਨ ਨਾਲ ਰਿਲੇਟਡ ਕੇਸ ਲਗਾਇਆ ਗਿਆ। ਇਹਨਾਂ ਕੇਸਸ ਵਿੱਚ ਯੂਨੀਵਰਸਿਟੀ ਦਾ ਪ੍ਰੋਸੈਸ ਬਹੁਤ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਇੱਕ ਸਿੰਗਲ ਡਿਸੀਜਨ ਸਟੂਡੈਂਟ ਦੇ ਐਕੈਡੈਮਿਕਸ, ਵੀਜ਼ਾ ਸਟੇਟਸ, ਫਿਊਚਰ ਓਪਰਚੁਨਿਟੀਜ਼ ਅਤੇ ਮੈਂਟਲ ਹੈਲਥ ਤੇ ਡਾਇਰੈਕਟ ਇੰਪੈਕਟ ਪਾ ਸਕਦਾ ਹੈ। ਪਰ ਐਲੀਗੇਸ਼ਨਸ ਇਹ ਕਹਿੰਦੇ ਨੇ ਕਿ ਇਸ ਕੇਸ ਵਿੱਚ ਡਿਊ ਪ੍ਰੋਸੈਸ ਪ੍ਰੋਪਰਲੀ ਫੋਲੋ ਨਹੀਂ ਹੋਇਆ। ਡਿਊ ਪ੍ਰੋਸੈਸ ਦਾ ਮਤਲਬ ਹੁੰਦਾ ਹੈ ਸਟੂਡੈਂਟ ਨੂੰ ਫੇਅਰ ਚਾਂਸ ਮਿਲੇ, ਆਪਣਾ ਸਾਈਡ ਐਕਸਪਲੇਨ ਕਰਨ ਲਈ ਪ੍ਰੋਪਰ ਹੀਅਰਿੰਗ ਹੋਵੇ, ਐਵੀਡੈਂਸ ਟ੍ਰਾਂਸਪੇਰੈਂਟ ਤਰੀਕੇ ਨਾਲ ਵੈਰੀਫਾਈ ਹੋਵੇ ਅਤੇ ਇਨਵੈਸਟੀਗੇਸ਼ਨ ਅਨਬਾਇਸਡ ਹੋਵੇ। ਜੇ ਡਿਊ ਪ੍ਰੋਸੈਸ ਡਿਨਾਈ ਹੋ ਜਾਏ ਤਾਂ ਸਟੂਡੈਂਟ ਲਈ ਸਭ ਤੋਂ ਪੇਨਫੁਲ ਗੱਲ ਇਹ ਬਣ ਜਾਂਦੀ ਹੈ ਕਿ ਮੇਰੀ ਗੱਲ ਸੁਣੀ ਹੀ ਨਹੀਂ ਗਈ, ਮੇਰਾ ਸਾਈਡ
ਕੰਸੀਡਰਡ ਹੀ ਨਹੀਂ ਹੋਇਆ ਤੇ ਇਹ ਫੀਲਿੰਗ ਮੈਂਟਲੀ ਬਹੁਤ ਡੈਮੇਜਿੰਗ ਹੁੰਦੀ ਹੈ। ਇਸ ਕੇਸ ਵਿੱਚ ਇੱਕ ਹੋਰ ਸੀਰੀਅਸ ਪੁਆਇੰਟ ਡਿਸਕਸ ਕੀਤਾ ਜਾ ਰਿਹਾ ਹੈ, ਡਿਸਕ੍ਰਿਮੀਨੇਸ਼ਨ। ਡਿਸਕ੍ਰਿਮੀਨੇਸ਼ਨ ਹਮੇਸ਼ਾ ਓਪਨ ਰੇਸਿਜ਼ਮ ਦੇ ਰੂਪ ਵਿੱਚ ਨਹੀਂ ਹੁੰਦੀ। ਕਈ ਵਾਰ ਇਹ ਸਾਇਲੈਂਟ ਹੁੰਦੀ ਹੈ, ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਡਿਫਰੈਂਟ ਟਰੀਟ ਕਰਨਾ, ਉਸ ਦੀ ਵੌਇਸ ਇਗਨੋਰ ਕਰਨੀ ਜਾਂ ਦੋਸ਼ਾਂ ਨੂੰ ਕੁਇਕਲੀ ਫਾਈਨਲਾਈਜ਼ ਕਰ ਦੇਣਾ ਵਿਦਆਊਟ ਇਕੁਅਲ ਸਪੋਰਟ। ਐਲੀਗੇਸ਼ਨਸ ਇਹ ਵੀ ਸੁਜੈਸਟ ਕਰਦੇ ਨੇ ਕਿ ਵੈਭਵ ਨੂੰ ਸਟੂਡੈਂਟ ਦੇ ਰੂਪ ਵਿੱਚ ਸਪੋਰਟ ਕਰਨ ਦੀ ਥਾਂ ਸਿਸਟਮ ਨੇ ਉਸ ਨੂੰ ਪ੍ਰੈਸ਼ਰ ਦੇ ਕੇ ਪੁਸ਼ ਕੀਤਾ। And when someone is already under stress, that kind of environment becomes unbearable. ਦੋਸਤੋ, abroad studies already tough ਹੁੰਦੀਆਂ ਨੇ। Academic pressure, strict rules, loneliness, anxiety, constant stress, ਇਹ ਸਭ ਇਕੱਠੇ ਹੋ ਜਾਂਦੇ ਹਨ ਤੇ ਜਦੋਂ ਸਿਸਟਮ ਸਪੋਰਟ ਦੇਣ ਦੀ ਥਾਂ ਪਨਿਸ਼ਮੈਂਟ ਮੋਡ ਵਿੱਚ ਚਲਾ ਜਾਵੇ, ਮੈਂਟਲ ਹੈਲਥ ਕੰਪਲੀਟਲੀ ਕ੍ਰੈਸ਼ ਕਰ ਸਕਦੀ ਹੈ। ਸੈਡਲੀ, ਇਸ ਕੇਸ ਦਾ ਆਊਟਕਮ ਹਾਰਟ ਬ੍ਰੇਕਿੰਗ ਰਿਹਾ। ਇਹ ਇਨਸੀਡੈਂਟ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਯੂਨੀਵਰਸਿਟੀਜ਼ ਲਈ ਟਰਾਂਸਪੈਰੈਂਸੀ, ਫੇਅਰਨੈਸ ਅਤੇ ਸਟੂਡੈਂਟ ਸਪੋਰਟ ਆਪਸ਼ਨਲ ਨਹੀਂ, ਇਹ ਨੈਸੈਸਰੀ ਹੈ। ਇਹ ਕੇਸ ਹਰ ਸਟੂਡੈਂਟ ਲਈ ਵਾਰਨਿੰਗ ਹੈ। ਤੁਸੀਂ ਜਿੱਥੇ ਵੀ ਪੜ੍ਹ ਰਹੇ ਹੋ, ਇੰਡੀਆ ਹੋਵੇ ਜਾਂ ਅਬਰੋਡ, ਆਪਣੇ ਰਾਈਟਸ ਨੂੰ ਜਾਣੋ, ਪਾਲਿਸੀਜ਼ ਰੀਡ ਕਰੋ, ਪ੍ਰੋਪਰ ਡਾਕੂਮੈਂਟੇਸ਼ਨ ਰੱਖੋ ਅਤੇ ਜੇ ਤੁਹਾਨੂੰ ਅਨਫੇਅਰ ਟ੍ਰੀਟਮੈਂਟ ਫੀਲ ਹੋਵੇ ਤਾਂ ਸਪੀਕ ਅਪ ਕਰੋ। ਯੂਨੀਵਰਸਿਟੀਜ਼ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਸਟੂਡੈਂਟਸ ਫਾਈਲਸ ਨਹੀਂ ਹਨ, ਸਟੂਡੈਂਟਸ ਹਿਊਮਨ ਬੀਇੰਗਸ ਹਨ। ਫੇਅਰ ਹੀਅਰਿੰਗ ਅਤੇ ਡਿਊ ਪ੍ਰੋਸੈਸ ਦੇ ਬਿਨਾਂ ਕੋਈ ਵੀ ਡਿਸੀਜਨ ਜਸਟਿਸ ਨਹੀਂ ਕਿਹਾ ਜਾ ਸਕਦਾ। ਅੱਜ ਸਾਡੇ ਨਾਲ ਨੇ ਵੈਭਵ ਦੇ ਪੇਰੈਂਟਸ ਮਿਸਟਰ ਵਿਵੇਕ ਦੁੱਗਲ ਤੇ ਮਿਸਿਸ ਨੀਰੂ ਦੁੱਗਲ ਐਂਡ ਕੁਝ ਫੈਮਿਲੀ ਫਰੈਂਡਸ ਵੀ ਮੌਜੂਦ ਨੇ ਜਿਨ੍ਹਾਂ ਨੇ ਵੈਭਵ ਦੁੱਗਲ ਦੇ ਬਚਪਨ ਨੂੰ ਵੇਖਿਆ ਹੈ, ਉਹਨੂੰ ਇੱਥੇ ਤੱਕ ਪਹੁੰਚਦੇ ਹੋਏ ਵੇਖਿਆ ਹੈ। ਵਿਵੇਕ ਦੁੱਗਲ ਤੇ ਨੀਰੂ ਦੁੱਗਲ ਅੱਜ ਆਪਣੇ ਦਰਦ ਦੀ ਗੱਲ ਨਹੀਂ ਬਲਕਿ ਸੱਚ ਦੀ ਗੱਲ ਕਰਨਗੇ। ਉਹ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਬੇਟੇ ਨਾਲ ਜੋ ਹੋਇਆ ਉਹ ਸਿਰਫ ਇੱਕ ਪਰਸਨਲ ਲਾਸ ਨਹੀਂ ਸੀ ਬਲਕਿ ਇੱਕ ਐਸਾ ਸਿਸਟਮ ਫੇਲਿਅਰ ਸੀ ਜਿੱਥੇ ਸਵਾਲ ਪੁੱਛੇ ਜਾਣਾ ਇਹ ਜ਼ਰੂਰੀ ਹੈ ਤੇ ਇਸ ਕਰਕੇ ਉਹਨਾਂ ਨੇ ਕਾਨੂੰਨੀ ਰਾਹ ਵੀ ਚੁਣੀ ਹੈ। ਲੌਸੂਟ ਫਾਈਲ ਕਰਨਾ ਸਿਰਫ ਜਸਟਿਸ ਲਈ ਨਹੀਂ ਬਲਕਿ ਅਕਾਊਂਟੇਬਿਲਿਟੀ ਲਈ ਵੀ ਹੈ ਤਾਂ ਜੋ ਅੱਗੇ ਜਾ ਕੇ ਕੋਈ ਹੋਰ ਪਰਿਵਾਰ ਇਹ ਦਰਦ ਨਾ ਫੇਸ ਕਰੇ। ਐਂਡ ਯੂ ਨੋ ਵਾਟ, ਇੱਥੇ ਇੱਕ ਹੋਰ ਇੰਪੋਰਟੈਂਟ ਗੱਲ, ਮੈਂਟਲ ਪ੍ਰੈਸ਼ਰ ਐਂਡ ਇੰਸਟੀਟਿਊਸ਼ਨਲ ਰਿਸਪੌਂਸਿਬਿਲਿਟੀ ਤੇ ਸਪੋਰਟ ਸਿਸਟਮ, ਇਹ ਹਮੇਸ਼ਾ ਅਸੀਂ ਗੱਲ ਕਰਦੇ ਹਾਂ ਇਸ ਮੰਚ ਤੋਂ। ਇਹ ਸਾਰੇ ਜਿਹੜੇ ਐਸਪੈਕਟਸ ਨੇ ਨਾ ਅੱਜ ਓਪਨਲੀ ਡਿਸਕਸ ਹੋਣੇ ਚਾਹੀਦੇ ਨੇ। ਆਪਾਂ ਵੀ ਇਸ ਮੰਚ ਤੇ ਇਹ ਸਾਰੇ ਐਸਪੈਕਟਸ ਨੂੰ ਅੱਜ ਓਪਨਲੀ ਡਿਸਕਸ ਕਰਾਂਗੇ। ਪੈਰੈਂਟਸ ਦੀ ਇਹ ਕੋਸ਼ਿਸ਼ ਹੈ ਕਿ ਵੈਭਵ ਦੀ ਕਹਾਣੀ ਸਿਰਫ ਇੱਕ ਟ੍ਰੈਜਡੀ ਬਣ ਕੇ ਨਾ ਰਹਿ ਜਾਵੇ। ਇਵਨ ਆਈ ਵਾਂਟ ਇਹ ਸਿਰਫ ਟ੍ਰੈਜਡੀ ਬਣ ਕੇ ਨਾ ਰਹਿ ਜਾਵੇ ਬਲਕਿ ਇੱਕ ਵੇਕ ਅਪ ਕਾਲ ਬਣੇ। ਸੋ ਲੈਟਸ ਵੈਲਕਮ them ਫਰਸਟ ਐਂਡ ਆਪਾਂ ਤਫਸੀਲ ਨਾਲ ਇਸ ਪੂਰੀ ਟ੍ਰੈਜਡੀ ਨੂੰ ਸਮਝਦੇ ਹਾਂ ਤੇ ਅੱਗੇ ਇੱਕ ਮੈਸੇਜ ਕੀ ਜਾਣਾ ਚਾਹੀਦਾ ਹੈ, ਇੱਕ ਅਵੇਅਰਨੈਸ ਕਿਵੇਂ ਜਾਣੀ ਚਾਹੀਦੀ ਹੈ ਲੋਕਾਂ ਦੇ ਵਿੱਚ ਤਾਂ ਜੋ ਅੱਗੇ ਇਹ ਚੀਜ਼ਾਂ ਨਾ ਹੋਣ। ਲੈਟਸ ਵੈਲਕਮ them, ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਹੇ ਨੇ ਵਿਵੇਕ ਦੁੱਗਲ, ਫਾਦਰ ਸਾਹਿਬ ਟੈਕਸਸ ਹਿਊਸਟਨ ਤੋਂ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਐਂਡ ਵੈਭਵ ਦੁੱਗਲ ਦੇ ਮਦਰ ਨੀਰੂ ਦੁੱਗਲ ਜੀ, ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਐਂਡ ਉਹਨਾਂ ਦੇ ਫੈਮਿਲੀ ਕਹਿ ਲਓ, ਫਰੈਂਡ ਕਹਿ ਲਓ, ਮਨਦੀਪ ਸੇਖੋ ਜੀ, ਉਹ ਵੀ ਟੈਕਸਸ ਹਿਊਸਟਨ ਤੋਂ ਸਾਡੇ ਨਾਲ ਜੁੜੇ ਹੋਏ ਨੇ। ਮਨਦੀਪ ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਐਂਡ ਡਾਕਟਰ ਤੇਜ ਧਾਲੀਵਾਲ ਕੈਨੇਡਾ ਟੋਰਾਂਟੋ ਤੋਂ ਵੀ ਸਾਡੇ ਨਾਲ ਜੁੜੇ ਹੋਏ ਆ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਤੁਸੀਂ ਸਾਡੇ ਨਾਲ ਜੁੜੇ ਹੋ, ਸਪੈਸ਼ਲੀ ਮੈਂ ਪੇਰੈਂਟਸ ਦੀ ਗੱਲ ਕਰਾਂਗੀ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਸੱਚ ਜਿਹੜਾ ਸਾਡੇ ਨਾਲ ਇਨਫੈਕਟ ਸ਼ੇਅਰ ਕਰ ਰਹੇ ਹੋ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਹਿੰਮਤ ਵਾਲੀ ਗੱਲ ਹੈ। ਤੇ ਇਹ ਕਹਾਣੀ ਮੈਂ ਕਹਾਂ ਕਿ ਸੁਣਨਾ ਤੇ ਕਹਿਣਾ
ਇਹ ਦੋਨੋਂ ਹੀ ਬਹੁਤ ਜ਼ਿਆਦਾ ਤਕਲੀਫ ਦੇ ਹੈ। ਇਟਸ ਵੈਰੀ ਡਿਵਸਟੇਟਿੰਗ। ਹਾਲੇ ਤੇ ਮੈਂ ਪ੍ਰੋਗਰਾਮ ਕਰ ਰਹੀ ਹਾਂ, ਲੇਕਿਨ ਪ੍ਰੋਗਰਾਮ ਤੋਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਐਂਡ ਜੋ ਕੁਝ ਮੈਂ ਆਬਜ਼ਰਵ ਕੀਤਾ, ਪੜ੍ਹਿਆ, ਰੀਅਲੀ ਉਹ ਬਹੁਤ ਜ਼ਿਆਦਾ ਡਿਵਸਟੇਟਿੰਗ ਹੈ। ਐਨੀਵੇਜ਼, ਥੈਂਕ ਯੂ ਫॉर ਜੁਆਇਨਿੰਗ ਅਸ ਡਿਸਪਾਈਟ ਦ ਪੇਨ ਯੂ ਆਰ ਗੋਇੰਗ ਥਰੂ। ਐਂਡ ਟੂ ਬਿਗਿਨ ਵਿਦ ਵਿਵੇਕ ਸਰ, ਨੀਰੂ ਮੈਮ, ਤੁਸੀਂ ਕਿਵੇਂ ਚਾਹੋਗੇ ਕਿ ਵੈਭਵ ਨੂੰ ਕਿਸ ਤਰੀਕੇ ਨਾਲ ਯਾਦ ਕੀਤਾ ਜਾਵੇ, ਐਜ਼ ਅ ਸਨ ਐਂਡ ਐਜ਼ ਅ ਪਰਸਨ? ਤੁਸੀਂ ਉਹਨਾਂ ਦੇ ਬਾਰੇ ਕੀ ਕਹੋਗੇ? ਵਿਵੇਕ ਸਰ, ਲੈਟਸ ਸਟਾਰਟ ਵਿਦ ਯੂ। ਟੂ ਬੀ ਵੈਰੀ ਆਨੈਸਟ, ਉਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਆਈਡੀਅਲ ਚਾਈਲਡ। ਹਰ ਇੱਕ ਮਾਂ-ਬਾਪ ਚਾਹੂਗਾ ਕਿ ਮੇਰਾ ਮੁੰਡਾ ਉਹਦੇ ਵਰਗਾ ਹੋਵੇ। ਸੋ he was the dream child of any parent you can ever dream of, starting from his early schooling. Sir, take your time, please. Relax, take your time. I know it's very difficult time. ਮੈਨੂੰ ਪਤਾ ਹੈ ਬਹੁਤ difficult time ਹੁੰਦਾ ਹੈ। So you can take your Vaibhav was time. born ਜੀ। over here in Vaibhav was born over here in US. He was born in Dallas, Texas. ਹਾਂਜੀ। So all his schooling was over here in Texas. So ਉਹਨੇ ਪਹਿਲਾਂ ਆਪਣਾ ਇੱਥੇ elementary school ਕੀਤਾ, ਫਿਰ ਉਹਨੇ ਇੱਥੇ ਆਪਣਾ he went to the middle school. ਜਦੋਂ ਐਲੀਮੈਂਟਰੀ ਸਕੂਲ ਦੇ ਵਿੱਚ ਸੀਗਾ, ਇੱਥੇ ਕੀ ਨਾਮ, ਅਮਰੀਕਾ ਦੇ ਵਿੱਚ ਇਹ ਹੁੰਦਾ ਕਿ they have a kind of a professional day. ਉਹ I think probably, if I'm not wrong, ਤੀਸਰੇ ਜਮਾਤ he was in third grade, ਉਦੋਂ ਉਹਦਾ professional day ਸੀਗਾ ਤੇ ਉਹ ਕਹਿੰਦਾ ਕਿ ਭਾਈ I want to be dressed up as a physician over there. So ਮੈਂ ਕੰਮ ਤੋਂ ਜਦੋਂ ਘਰ ਆਇਆ, ਨੀਰੂ had already got him a white coat. ਮੈਂ ਘਰ ਆਇਆ, ਮੈਨੂੰ ਕਹਿੰਦਾ it was around 8:30 in the evening, in the night, ਤੇ ਮੈਨੂੰ ਕਹਿੰਦਾ ਡੈਡ ਮੇਰਾ stethoscope ਨਹੀਂ ਹੈਗਾ. So I went over there to get his stethoscope. We still have that stethoscope with us. So from very early childhood, 8 ਸਾਲ ਦਾ ਸੀਗਾ ਬੱਚਾ, 7-8 ਸਾਲ ਦਾ ਸੀਗਾ, the picture which we have over there on the which you're displaying, that's that picture. He wore that one to the professional day in the school. ਫਿਰ ਉਸ ਤੋਂ ਬਾਅਦ ਉਹ ਆਪਣੇ ਮਿਡਲ ਸਕੂਲ 'ਚ ਗਿਆ। ਮਿਡਲ ਸਕੂਲ ਦੇ ਵਿੱਚ ਵੀ ਉਹਨੇ ਉੱਥੇ ਕੀ ਨਾਮ ਐਡਵਾਂਸ ਕੋਰਸਿਸ ਲਏ। ਉਦੋਂ ਤੋਂ ਉਹਨੇ ਵਲੰਟਰਿੰਗ ਸ਼ੁਰੂ ਕੀਤੀ ਤੇ ਵੀ ਉਹਨੂੰ ਕੋਈ ਮੌਕਾ ਮਿਲਦਾ ਸੀਗਾ, ਜਿੱਥੇ ਵੀ ਕਹਿ ਲਓ ਕਿ ਆਪਣਾ ਕੋਈ ਮੌਕਾ ਨਹੀਂ ਛੱਡਣਾ ਮੈਂ। ਫੈਮਿਲੀ ਪ੍ਰੈਕਟੀਸ਼ਨਰ ਦੇ ਆਫਿਸ ਦੇ ਵਿੱਚ ਜਿੱਥੇ ਵੀ ਉਹਨੂੰ ਕੋਈ ਵੀ ਕੈਂਪਿੰਗ ਜਾਂ ਕਿੱਥੇ ਵੀ ਡਾਕਟਰੀ ਦਾ ਮੌਕਾ ਮਿਲਦਾ ਸੀਗਾ, ਉੱਥੇ ਜਾ ਕੇ ਵਲੰਟਰਿੰਗ ਕਰਦਾ ਸੀ। ਦੈਨ ਹੀ ਵੈਂਟ ਟੂ ਦਾ ਆਪਣਾ ਹਾਈ ਸਕੂਲ 'ਚ ਗਿਆ। ਹਾਈ ਸਕੂਲ ਦੇ ਵਿੱਚ ਵੀ ਉਹਨੇ ਕੰਟੀਨਿਊਡ ਵਿਦ ਦ ਸੇਮ ਥਿੰਗ, ਨਿਊਮਰਸ ਵੋਲੰਟਰਿੰਗ ਆਵਰਸ। ਸਾਨੂੰ ਕਈ ਵਾਰੀ ਅਸੀਂ ਕਿਸੇ ਪਾਸੇ ਜੇ ਸ਼ਾਮ ਆਪਣੇ ਵੀਕਐਂਡ ਤੇ ਕਿਸੇ ਪਾਸੇ ਜਾਣਾ, ਨੋ ਡੈਡ ਆਈ ਹੈਵ ਵੋਲੰਟਰਿੰਗ, ਆਈ ਕੈਨੋਟ ਮਿਸ ਦੈਟ, ਸੋ ਦੈਟਸ ਮੋਰ ਇੰਪੋਰਟੈਂਟ। ਸੋ ਕਰਦੇ ਕਰਦੇ ਦੈਨ ਹੀ went to Texas A&M for his undergrad. ਉੱਥੇ ਜਾ ਕੇ ਉਹਨੇ ਬਾਇਓਲੋਜੀ ਐਂਡ ਨਿਊਰੋਸਾਇੰਸ ਦੇ ਵਿੱਚ ਉਹਨੇ ਆਪਣੀ BSc ਕੰਪਲੀਟ ਕੀਤੀ। ਐਂਡ ਜਦੋਂ ਉਹ ਉੱਥੇ ਗਿਆ ਆਪਣੇ Texas A&M 'ਚ ਗਿਆ, he got a scholarship of $5,000 per year from the university because of his all that thing, and plus there were some other awards also, other scholarships also he got. So once during that period, ਸਾਰਿਆਂ ਨੂੰ ਯਾਦ ਆ ਕਿ ਉਦੋਂ ਕੋਵਿਡ ਦਾ ਪੀਰੀਅਡ ਸੀਗਾ। he graduated from high school in 2019 and in 2020 ਦੇ ਵਿੱਚ ਆਪਣਾ ਕੋਵਿਡ ਸ਼ੁਰੂ ਹੋ ਗਿਆ ਸੀਗਾ। ਦੂਸਰੇ ਸਾਲ ਦੇ ਵਿੱਚ ਸੀਗਾ ਜਦੋਂ ਯੂਨੀਵਰਸਿਟੀ ਦੇ ਵਿੱਚ, ਜਦੋਂ ਉੱਥੇ ਕੋਵਿਡ ਸ਼ੁਰੂ ਹੋ ਗਿਆ ਸੀ। ਐਂਡ ਹੀ ਵਾਸ ਵੈਰੀ ਇਚੀ ਵੈਨ ਹੀ ਵਾਸ ਐਟ ਹੋਮ, ਕਿਉਂਕਿ ਸਾਰਿਆਂ ਨੂੰ ਆਪਾਂ ਨੂੰ ਘਰ ਦੇ ਵਿੱਚ ਕਰ ਲਿਆ ਗਿਆ ਸੀ। ਪਰ ਲੇਕਿਨ ਜਦੋਂ ਹੀ ਉਹ ਛੂਟ ਮਿਲੀ, ਹੀ ਇਮੀਡੀਏਟਲੀ went to the school. ਉੱਥੇ ਆਪਣੇ ਸਾਡੇ ਤੋਂ ਹਿਊਸਟਨ ਤੋਂ 100 ਮੀਲ ਦੂਰ ਹੈ ਜੀ Texas A&M ਕਾਲਜ ਸਟੇਸ਼ਨ। ਇਟਸ ਵਨ ਆਫ ਦਾ ਮੋਸਟ ਪ੍ਰੈਸਟੀਜੀਅਸ ਸਕੂਲ ਓਵਰ ਹੇਅਰ ਇਨ ਟੈਕਸਸ। ਤੇ ਉੱਥੇ ਗਿਆ, ਉੱਥੇ ਜਾ ਕੇ ਉਹ ਆਪਣੇ ਹਸਪੀਟਲ ਦੇ ਵਿੱਚ ਹੀ ਸਟਾਰਟਡ ਵੋਲੰਟਰਿੰਗ। even though it was still in COVID, he was helping patients out. COVID vaccination ਦੇ ਵਿੱਚ ਉਹ help ਕਰਨ ਲੱਗ ਗਿਆ। ਫਿਰ once it after 6-7 months he took up a job as a patient attendant. ਜੀ, okay. And then he took up the job as a ਰਾਤ ਨੂੰ ਉਹ ਕੰਮ ਕਰਦਾ ਸੀ। ਮੈਨੂੰ ਕਿਹਾ ਕਿ why you want to work in the night? We don't, ਕਹਿੰਦਾ dad I just want to get experience to use to that medical profession in which I want to go so that I'm well comfortable with that. So ਉਹਨੇ
ਆਪਣਾ ਟੈਕਸਸ A&M ਤੋਂ ਉਹਨੇ ਡਿਗਰੀ ਆਪਣੀ 3.5 ਸਾਲਾਂ ਚ ਕੀਤੀ ਜੀ ਤੇ ਉਹਦੀ ਗ੍ਰੇਡ ਪੁਆਇੰਟ 4 ਆਊਟ ਆਫ 4 ਸੀਗੀ। ਹਾਂ ਪਰਫੈਕਟ ਸਕੋਰ 4 ਆਊਟ ਆਫ 4 ਗ੍ਰੇਡ ਜੀ ਪੁਆਇੰਟ ਜੀ BSc ਦੇ ਵਿੱਚ ਜੀ ਉਹਨੇ ਕੀਤੀ। ਉਸ ਤੋਂ ਬਾਅਦ ਉਹਨੇ MCAT ਲਿਖਿਆ। MCAT ਬੇਸਿਕਲੀ ਇਸ ਜਿਹੜਾ ਮੈਡੀਕਲ ਟੈਸਟ ਇੱਥੇ ਲਿਖਣਾ ਪੈਂਦਾ ਹੈਗਾ ਵਾ ਐਂਟਰੈਂਸ ਵਾਸਤੇ, ਉਹ ਇਟਸ ਅ ਪ੍ਰੀਟੀ ਲਾਈਕ ਇੱਕ pretty ਇੰਤਜ਼ਾਜ਼ਮ tough test, ਮੈਂ ਕਹਿ ਲਾਂ ਇੱਕ 8-10 ਘੰਟੇ ਦਾ ਟੈਸਟ ਹੁੰਦਾ। ਜੀ ਉਹ ਉਹਨੇ ਲਿਖਿਆ। ਸੋ ਵੈਰੀ ਫਸਟ ਅਟੈਂਪਟ ਹੀ scored 515 in that and he got accepted, like he had offers from 3 other colleges. In ਓਕੇ the meantime ਜਿਹੜੇ ਟੈਕਸਸ ਟੈਕ ਸਕੂਲ ਉਹਨੇ ਚੂਜ਼ ਕੀਤਾ, ਉਹਨਾਂ ਨੇ ਸਾਨੂੰ ਅਪਰੋਚ ਕੀਤਾ ਤੇ ਉਹਨਾਂ ਨੇ ਇਹਨੂੰ $62,000 ਦਾ ਸਕਾਲਰਸ਼ਿਪ ਦਿੱਤਾ। ਓਕੇ ਓਕੇ That was the reason why we chose Texas Tech El Paso. ਓਕੇ Plus, ਉਹ ਕਹਿੰਦਾ dad, it's pretty good school and all the stuff, and we heard really good stories about like because ਸਰ ਇਸ ਤੋਂ ਹਾਂ ਬੱਚਾ ਆਪਣਾ ਇਹ passion ਜੋ ਹੈਗਾ ਚੀਜ਼ਾਂ ਉਹ- ਤੁਸੀਂ ਦੱਸ ਰਹੇ ਹੋ enthusiasm and zeal, ਇਸ ਤੋਂ ਮੈਨੂੰ ਪਤਾ ਚੱਲਦਾ ਹੈ ਕਿ what you know drove him towards medicine and what kind of you know values ਉਹਨਾਂ ਨੇ ਕੈਰੀ ਕੀਤੀ ਤੁਹਾਡੇ ਸਾਰਿਆਂ ਤੋਂ you know and what kind of even values did he carry you know with patients, with friends and at home? ਇਹ ਸਾਰੀਆਂ ਚੀਜ਼ਾਂ in fact ਮੈਂ ਅੱਗੇ ਵੀ ਤੁਹਾਡੇ ਸਾਰਿਆਂ ਤੋਂ ਸਮਝਣਾ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਹੈ ਕਿਉਂਕਿ ਮਨਦੀਪ ਸੇਖੋ ਸਰ ਸਾਡੇ ਨਾਲ ਜੁੜੇ ਹੋਏ ਨੇ, ਡਾਕਟਰ ਤੇਜ ਧਾਲੀਵਾਲ ਵੀ ਸਾਡੇ ਨਾਲ ਜੁੜੇ ਹੋਏ ਨੇ ਐਂਡ ਆਈ ਥਿੰਕ ਇਹ ਚੀਜ਼ਾਂ ਨੂੰ ਇਹ ਬੈਟਰ ਸਾਨੂੰ ਉਹ ਦੱਸ ਸਕਦੇ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਅਸੀਂ ਰੁਕਾਂਗੇ ਤੇ ਇਸ ਚਰਚਾ ਨੂੰ ਆਪਾਂ ਅੱਗੇ ਵੀ ਕੈਰੀ ਕਰਾਂਗੇ। ਤੁਸੀਂ ਜੁੜੇ ਰਹਿਣਾ ਸਾਡੇ ਨਾਲ, ਸਟੇ ਟਿਊਨਡ ਵਿਦ ਅਸ। ਅੱਜ ਦਾ ਮੁੱਦਾ ਹੈ ਜੀ, ਆਪਾਂ ਗੱਲ ਕਰ ਰਹੇ ਹਾਂ ਅੱਜ ਡਾਕਟਰ ਵੈਭਵ ਦੁੱਗਲ ਦੀ, ਇੱਕ 24 ਸਾਲ ਦਾ ਨੌਜਵਾਨ ਆਪਣੀ ਟ੍ਰੇਨਿੰਗ ਦੇ ਦੌਰਾਨ ਕਿਸ ਤਰੀਕੇ ਦੇ ਐਲੀਗੇਸ਼ਨਸ ਉਸ ਦੇ ਇੰਸਟੀਚਿਊਟ ਵੱਲੋਂ ਉਸ ਤੇ ਲਗਾਏ ਜਾਂਦੇ ਨੇ ਐਂਡ ਕਿਸ ਤਰੀਕੇ ਦਾ ਇੱਕ ਮੈਂਟਲ ਪ੍ਰੈਸ਼ਰ ਉਹ ਕੈਰੀ ਕਰਦਾ ਹੋਇਆ ਅੱਗੇ ਵਧਣ ਦੀ ਕੋਸ਼ਿਸ਼ ਤੇ ਕਰ ਰਿਹਾ ਸੀ, ਲੇਕਿਨ ਉਸ ਬਰਡਨ ਨੂੰ ਸਹਿ ਨਹੀਂ ਪਾਇਆ ਐਂਡ ਐਟ ਦੀ ਐਂਡ ਉਹਨੂੰ ਉਹ ਕਦਮ ਚੱਕਣਾ ਪਿਆ ਜੋ ਸ਼ਾਇਦ ਉਹਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਮੈਂ ਲਾਈਫ ਦੇ ਕਿਸੇ ਯੂ نو ਫੇਸ ਤੇ ਮੈਂ ਇਸ ਤਰੀਕੇ ਦਾ ਕਦਮ ਚੱਕਾਂਗਾ। ਅੱਜ ਮੇਰੇ ਨਾਲ ਵੈਭਵ ਦੁੱਗਲ ਦੇ ਪੇਰੈਂਟਸ ਐਂਡ ਉਹ ਲੋਕ ਜੁੜੇ ਹੋਏ ਨੇ ਜਿਨ੍ਹਾਂ ਨੇ ਵੈਭਵ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਯੂ نو ਉਸ ਜ਼ੀਲ, ਉਸ ਐਂਥੂਜ਼ੀਆਜ਼ਮ ਦੇ ਨਾਲ ਦੇਖਿਆ ਹੈ, ਉਸ ਸੁਪਨੇ ਦੇ ਨਾਲ ਦੇਖਿਆ ਹੈ ਜਿਸ ਨੂੰ ਕਦੀ ਵੈਭਵ ਦੁੱਗਲ ਨੇ ਜੀਆ ਹੈ। ਇੱਕ ਵਾਰ ਫਿਰ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਆਪਾਂ। ਮੈਂ ਗੱਲ ਕਰ ਰਹੀ ਸੀਗੀ ਕਿ ਵੈਭਵ ਨੂੰ ਐਜ਼ ਅ ਪਰਸਨ, ਐਜ਼ ਅ ਸਨ ਤੁਸੀਂ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਵਿਵੇਕ ਸਰ ਸਾਡੇ ਨਾਲ ਕਾਫੀ ਕੁਝ ਦੱਸ ਚੁੱਕੇ ਨੇ ਕਿ ਉਹ ਕਿਸ ਤਰੀਕੇ ਦਾ ਪਰਸਨ ਸੀਗਾ, ਕਿਸ ਤਰੀਕੇ ਦਾ ਬੇਟਾ ਸੀਗਾ ਤੇ ਕਿਸ ਤਰੀਕੇ ਦਾ ਡ੍ਰੀਮ ਉਹਨੇ ਜੀਆ ਤੇ ਉਹਨੂੰ ਅੱਗੇ ਲੈ ਕੇ ਉਹ ਚੱਲ ਰਿਹਾ ਸੀ, ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਚੱਲ ਰਿਹਾ ਸੀ। ਲੇਕਿਨ ਯੂ نو ਬਹੁਤ ਕੁਝ ਲਾਈਫ ਦੇ ਵਿੱਚ ਹੋ ਜਾਂਦਾ ਹੈ, ਇਹੋ ਜਿਹੀ ਅਨਸਰਟੇਨਟੀਜ਼ ਜਿਹਨੂੰ ਇਨਫੈਕਟ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਅੱਗੇ ਇਹ ਚੀਜ਼ਾਂ ਸਾਡੇ ਨਾਲ ਹੋਣ ਵਾਲੀਆਂ ਹੈ, ਰਾਈਟ। ਐਨੀਵੇਜ਼, ਮੈਂ ਨੀਰੂ ਮੈਮ, ਮਨਦੀਪ ਸਰ ਤੇ ਡਾਕਟਰ ਤੇਜ ਧਾਲੀਵਾਲ ਇਹਨਾਂ ਸਾਰਿਆਂ ਤੋਂ ਇੱਕ ਟੇਕ ਲੈਣਾ ਚਾਹਾਂਗੀ ਕਿ ਉਹਨਾਂ ਵੈਲਿਊਜ਼ ਦੀ ਗੱਲ ਵਿਵੇਕ ਸਰ ਨੇ ਕੀਤੀ ਹੈ, ਲੇਕਿਨ ਨੀਰੂ ਮੈਮ ਵਾਟ ਕਾਈਂਡ ਆਫ ਵੈਲਿਊ ਡਿਡ ਹੀ ਕੈਰੀ ਵਿਦ ਯੂ نو ਪੇਸ਼ੈਂਟ, ਵਿਦ ਫਰੈਂਡਸ ਐਂਡ ਐਟ ਹੋਮ ਟੂ? ਨੀਰੂ ਮੈਮ, ਓਵਰ ਟੂ ਯੂ। ਜਿੱਦਾਂ ਵਿਵੇਕ ਨੇ ਦੱਸਿਆ ਕਿ ਹੀ ਇਜ਼ ਅ ਪਰਫੈਕਟ ਕਿਡ, ਲਾਈਕ ਐਵਰੀ ਪੇਰੈਂਟਸ ਡ੍ਰੀਮ ਫੋਰ। ਇੱਦਾਂ ਦਾ ਬੱਚਾ ਬੀਨ ਡੈਡੀਕੇਟਿਡ, ਤੁਹਾਨੂੰ ਕਦੀ ਕਹਿਣ ਦੀ ਲੋੜ ਨਹੀਂ ਪੈਣੀ ਉਹਨੂੰ ਕਿ ਤੂੰ ਆਹ ਕੰਮ ਕਰਨਾ ਹੈ, ਯੂ ਹੈਵ ਟੂ ਡੂ ਦਿਸ ਥਿੰਗ ਫॉर ਮੀ। ਹੀ ਇਜ਼ ਸੋ ਕੰਸਰਨਡ, ਹੀ ਇਜ਼ ਸੋ ਕੰਸਰਨਡ ਫॉर एवरीवन, ਹੀ ਇਜ਼ ਸੋ ਰਿਸਪੈਕਟਫੁਲ। ਜਿਹੜੇ ਵੀ ਨਾਲ ਜੁੜੇ ਹੋਏ ਨੇ ਸਾਰੇ ਉਹਨੂੰ ਇੱਦਾਂ ਹੀ ਯਾਦ ਕਰਦੇ ਅੱਜ, ਉਹਨੂੰ ਸਾਰੇ ਇੱਦਾਂ ਹੀ ਸੋਚ ਕੇ ਯਾਦ ਕਰਦੇ ਹੈ ਕਿ ਵੈਭਵ ਕਿੰਨਾ ਸਾਡੇ ਨਾਲ ਜੁੜਿਆ ਹੋਇਆ ਸੀ। ਮੀਨ ਜੋ ਐਲੀਗੇਸ਼ਨ ਲੱਗੇ, ਜੋ ਚੀਜ਼ ਹੈ, no one can even thought about that ਕਿ that kid can do or say something like that. Yes, shocking. Like it's so hard. ਉਹਦਾ ਜਾਣ ਹੈ। Mandeep sir, Mandeep sir. Mandeep sir, can you hear me? तो हाँ जी, मैं म्यूट ਤੇ ਜੀ ਮੈਨੂੰ ਤੇ ਥੋੜੀਆਂ ਗੱਲਾਂ ਚੇਤਾ ਜਦੋਂ ਵਿਵੇਕ ਦੱਸਦਾ ਹੁੰਦਾ ਸੀ ਵੀ ਉਹਨੇ ਕਾਰ ਲੈਣੀ ਸੀ ਤੇ ਕਹਿੰਦਾ ਨਹੀਂ, ਉਹ ਪੁਰਾਣੀ ਕਾਰ ਦੇ ਨਾਲ ਹੀ ਉਹ ਕਰਨਾ ਚਾਹੁੰਦਾ ਸੀ। ਕਹਿੰਦਾ ਨਹੀਂ, ਮੈਨੂੰ ਕੋਈ ਨਵੀਂ ਕਾਰ ਦੀ ਲੋੜ ਨਹੀਂ ਗੀ।
ਸੋ ਕਿਸੇ ਵੀ ਟਾਈਮ ਉਹਨੇ ਇਹਨਾਂ ਤੋਂ ਕਹਿੰਦਾ ਵੀ ਆਲਵੇਜ਼ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਸੀ ਕਿ ਪੇਰੈਂਟਸ ਤੇ ਖਰਚਾ ਘੱਟ ਤੋਂ ਘੱਟ ਘੱਟ ਕਰੇ, ਹੋਵੇ। ਆਹ ਘੱਟ ਤੋਂ ਘੱਟ। ਸੋ ਇਹ ਜਿਹੜੀਆਂ ਵੈਲਿਊਜ਼ ਜਿੰਨੀ ਵਾਰੀ ਵੀ ਆਪਾਂ ਇੱਥੋਂ ਜਦੋਂ ਹਿਊਸਟਨ ਟੋਰਾਂਟੋ ਤੋਂ ਹਿਊਸਟਨ ਮੂਵ ਕੀਤੇ ਉਹ ਤੋਂ ਅਸੀਂ ਜਾਣਦੇ ਹਾਂ ਉਹਨੂੰ। ਸੋ ਜਦੋਂ ਵੀ ਵਿਵੇਕ ਨੇ ਗੱਲਾਂ ਕਰਨੀਆਂ ਮੈਡੀਕਲ ਕਾਲਜ ਗਿਆ ਆ positive, always he was very positive, very caring. Yeah. I think Tej can talk much more ਕਿ ਇਹਦੇ ਬਚਪਨ ਤੋਂ ਜਾਣਦਾ ਤੇਜ ਨੂੰ। ਸੋ ਤੇਜ told a lot of stories after he was gone. ਉਹਦੇ ਬਾਰੇ ਇੰਨਾ ਜ਼ਿਆਦਾ ਤੇਜ ਨੇ ਮੈਨੂੰ ਦੱਸਿਆ ਵੀ ਮੈਨੂੰ ਨਹੀਂ ਸੀ ਇੰਨਾ ਜ਼ਿਆਦਾ ਪਤਾ ਜਿੰਨਾ ਤੇਜ ਨੂੰ ਧਾਲੀਵਾਲ ਉਸ ਸਰ ਵਕਤ। ਜੀ, ਧਾਲੀਵਾਲ ਸਰ। ਜੀ ਸਤਿ ਸ਼੍ਰੀ ਅਕਾਲ everybody. ਇੱਕ ਛੋਟੇ ਜਿਹੇ ਇੱਕ ਸਿੰਪਲ ਜਿਹਾ ਕਿੱਸਾ ਉਹਦਾ ਹੈਗਾ ਕਿ ਬਚਪਨ 'ਚ ਉਹ ਬੜਾ ਸ਼ਰਾਰਤੀ ਹੁੰਦਾ ਸੀਗਾ, ਆਪਣੇ ਵੀਡੀਓ ਗੇਮਸ ਖੇਡਦਾ ਸੀਗਾ ਤੇ ਉਹਦੇ ਵਾਸਤੇ ਨਾ ਲਾਈਫ ਇੱਕ ਪਹਿਲਾਂ ਇੱਕ ਗੇਮ ਸੀਗੀ, ਬਾਅਦ ਵਿੱਚੋਂ ਉਹ ਇੱਕ ਨਾ ਪਰਪਸਫੁਲ ਗੇਮ ਬਣ ਗਈ ਕਿ ਕੁਝ ਬਣਨਾ ਹੈ। ਤੇ ਕਿਉਂਕਿ ਮੈਂ ਵੈਟਰਨਰੀ ਡਾਕਟਰ ਹਾਂ ਤੇ ਉਹਨੂੰ ਡਾਕਟਰੀ ਸ਼ੁਰੂ ਤੋਂ ਹੀ ਬਹੁਤ ਪਸੰਦ ਸੀ ਤੇ ਕਦੀ ਆਪਣਾ ਸਟੈਥੋਸਕੋਪ ਲੈ ਕੇ ਆਉਣਾ, ਕਦੀ ਕੁਛ ਹੈ ਨਾ। ਤੇ ਕਹਿੰਦਾ ਕਿ ਅੰਕਲ ਅੱਜ ਮੈਂ ਨਾ ਕਿਉਂਕਿ ਅਸੀਂ ਸਾਰੇ ਫਰੈਂਡਸ ਇੱਕ ਦੂਜੇ ਨੂੰ ਅਸੀਂ ਅੰਕਲ ਆਂਟੀਆਂ ਤੋਂ ਖਤਮ ਕਰਤਾ, ਚਾਚੇ ਤਾਏ ਇੱਦਾਂ ਦੇ ਰਿਸ਼ਤੇ ਸੀਗੇ ਸਾਡੇ, ਹੈ ਨਾ। ਕਹਿੰਦਾ ਚਾਚੂ ਮੈਂ ਤੁਹਾਡੇ ਨਾਲ ਕਲੀਨਿਕ ਜਾਣਾ ਤੇ ਮੇਰੇ ਨਾਲ ਕਲੀਨਿਕ ਗਿਆ ਤੇ ਕਹਿੰਦਾ ਡੌਗਸ ਕੈਟਸ ਜਿਹੜੇ ਨਾ ਉਹ ਪੈਟ ਹੀ ਠੀਕ ਨੇ, ਕਹਿੰਦੇ ਮੈਂ ਨਾ ਅਸਲੀ ਡਾਕਟਰ ਬਣਨਾ। ਤੇ ਉਹ ਕਹਿੰਦਾ ਮੇਰੀ ਗੇਮ ਹੈ ਕਿ ਮੈਂ ਅਸਲੀ ਡਾਕਟਰ ਬਣਨਾ। ਹੁਣ ਹਰ ਗੇਮ ਦੇ ਵਿੱਚ ਕੋਈ ਨਾ ਕੋਈ ਓਪੋਨੈਂਟ ਆਉਣਾ, ਕੋਈ ਨਾ ਕੋਈ ਬੈਰੀਅਰ ਆਉਣਾ, ਹੈ ਨਾ। ਤੇ ਉਹਦੇ ਬੈਰੀਅਰ ਸੀਗੇ ਕਿ ਪੜ੍ਹਾਈ, ਉਹਦੀ ਬੈਰੀਅਰ ਸੀ ਕਿ ਮੈਂ ਅੱਗੇ ਜਾਣਾ, ਹੈ ਨਾ। ਤੇ ਉਹਨੇ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਦਿੱਤਾ, ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਦੋਂ ਉਹਨੇ 4/4 ਲੈ ਲਈ ਡਿਗਰੀ ਚੋਂ, ਕਦੋਂ ਉਹਨੇ MCAT ਲਿਖ ਲਿਆ, ਕਦੋਂ ਉਹਨੇ ਸਕਾਲਰਸ਼ਿਪ ਲੈ ਲਿਆ ਤੇ ਕਦੋਂ ਉਹ ਡਾਕਟਰੀ ਵਾਲੇ ਪਾਸੇ ਤੁਰ ਪਿਆ। ਪਿਛਲੇ ਮਈ ਦੇ ਵਿੱਚ ਮੈਂ ਉਹਨੂੰ ਮਿਲਿਆ ਤੇ ਮੈਨੂੰ ਏਅਰਪੋਰਟ ਤੋਂ ਲੈ ਕੇ ਆ, ਮੈਂ ਹਿਊਸਟਨ ਗਿਆ ਸੀ, ਆਪਣੇ ਘਰੇ ਪਾਰਟ ਸੀਗਾ ਉੱਥੇ ਹਿਊਸਟਨ 'ਚ, ਤੇ ਸਾਰੀਆਂ ਗੱਲਾਂ ਦੱਸੀਆਂ। ਕਹਿੰਦਾ ਕਿ ਮੈਂ ਇੱਦਾਂ ਦਾ ਡਾਕਟਰ ਬਣਨਾ ਤੇ ਮੈਂ ਸਾਰੇ ਪਲਾਨ ਕੀਤੇ ਹੋਏ ਆ, ਸਾਰੇ ਬੰਦੇ ਆਪਣੇ ਨਾਲ ਜੋੜੇ ਹੋਏ ਆ, ਸਾਰੇ ਪ੍ਰੋਫੈਸ਼ਨ ਨਾਲ ਮੇਰੀ ਬਣੀ ਹੋਈ ਹੈ ਤੇ ਮੈਂ ਬਸ ਹੁਣ ਅਗਲੇ ਸਾਲ ਇੱਥੇ ਹਿਊਸਟਨ ਆ ਜਾਣਾ ਤੇ ਗਾਂ ਆਪਣੀ ਐਮਰਜੈਂਸੀ ਕਰਕੇ ਤੇ ਫਿਰ ਮੈਂ ਦੁਨੀਆ ਦਾ ਸਭ ਤੋਂ ਵਧੀਆ ਐਮਰਜੈਂਸੀ ਕਲੀਨਿਸ਼ੀਅਨ ਬਣਨਾ, ਐਮਰਜੈਂਸੀ ਡਾਕਟਰ ਬਣਨਾ। ਇਹੋ ਜਿਹਾ ਇੱਕ ਜਿਹਨੂੰ ਕਹਿੰਦੇ ਨਾ ਕਿ ਜਿਹਨੇ ਆਪਣੀ ਸਾਰੀ ਪਲੈਨਿੰਗ ਆਪਣੇ ਇਰਦ ਗਿਰਦ ਸਾਰਿਆਂ ਨੂੰ ਚੁੱਕ ਕੇ ਰੱਖਦਾ ਸੀ, ਉੱਪਰ ਚੁੱਕ ਕੇ ਰੱਖਦਾ ਸੀਗਾ। ਜਿੰਨੀ ਰਿਸਪੈਕਟ ਉਹ ਬੰਦਾ ਦਿੰਦਾ ਸੀਗਾ ਕਿਸੇ ਨੂੰ, ਸ਼ਾਇਦ ਹੀ ਕਿਸੇ ਬੱਚੇ ਨੇ ਕੋਈ ਇਹੋ ਜਿਹੀ ਰਿਸਪੈਕਟ ਦਿੱਤੀ ਹੋਵੇ। ਬਹੁਤ ਸੌਰਟਡ, ਬਹੁਤ, ਜੋ ਮੈਂ ਤੁਹਾਡੀ ਗੱਲ ਸੁਣ ਰਹੀ ਹਾਂ ਮੈਨੂੰ ਲੱਗਦਾ ਹੈ ਹੀ ਵਾਸ ਵੈਰੀ ਸੌਰਟਡ। ਪਤਾ ਸੀ, ਸਭ ਪਲਾਨ ਕੀਤਾ ਹੋਇਆ ਸੀ ਮੈਂ ਲਾਈਫ ਨੂੰ ਅੱਗੇ ਕਿੱਦਾਂ ਸਮੂਥਲੀ ਲੈ ਕੇ ਚੱਲਣਾ ਹੈ, ਕੀ ਕਰਨਾ ਹੈ, ਕਿਵੇਂ ਆਪਣੇ ਡ੍ਰੀਮਸ ਨੂੰ ਚੁਣਨਾ ਹੈ। ਐਨੀਵੇਜ਼, ਹੁਣ ਮੈਂ ਇੰਪੋਰਟੈਂਟ ਮਸਲੇ ਵੱਲ ਆਵਾਂਗੀ। ਵਿਵੇਕ ਸਰ, ਇਨਫੈਕਟ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗੀ। ਮੈਂ ਹੁਣ ਕਿਉਂਕਿ ਜਿਹੜੇ ਕੁਐਸਚਨਸ ਤੁਹਾਡੇ ਸਾਰਿਆਂ ਤੋਂ ਕਰਨ ਵਾਲੀਆਂ, ਤੁਸੀਂ ਇੱਕ ਦੂਸਰੇ ਦੇ ਜੇ ਕੁਝ ਇੰਪੋਰਟੈਂਟ ਗੱਲ ਹੈ ਤੁਸੀਂ ਇਨਫੈਕਟ ਇੰਟਰਵੀਨ ਕਰ ਸਕਦੇ ਹੋ, ਇੱਕ ਦੂਸਰੇ ਨੂੰ ਵੀ ਕੁਝ ਯਾਦ ਆਉਂਦਾ ਹੈ ਤੁਸੀਂ ਮੈਨੂੰ ਨਾ ਸਪੈਸ਼ਲੀ ਇਨਫੈਕਟ ਕਹਿਣਾ ਪਵੇ ਕਿ ਹਾਂ ਤੁਸੀਂ ਕੀ ਕਹੋਗੇ, ਤੁਸੀਂ ਜਸਟ ਆਪਾਂ ਇੱਕ ਗੱਲ ਕਰ ਰਹੇ ਹਾਂ। ਸੋ ਆਈ ਵਾਂਟ ਕਿ ਉਹ ਗੱਲ ਬਹੁਤ ਹੀ ਸਪੌਂਟੇਨੀਅਸ ਰਵੇ, ਰਾਈਟ ਸਰ। ਵਿਵੇਕ ਸਰ, now can you tell us exactly what happened to Vaibhav? ਉਸ ਟਾਈਮ ਤੋਂ ਜਦੋਂ ਐਲੀਗੇਸ਼ਨਸ ਬਣਾਏ ਗਏ, ਉਸ the event that followed, what happened to Vaibhav? ਹੋਇਆ ਕੀ ਸੀਗਾ? ਸੋ ਜੀ ਉਹ ਜੁਲਾਈ 23 ਨੂੰ as he was a third year student over there at Texas Tech. Start from 23rd July 2025, right? ਜੀ ਉਹ ਥਰਡ ਈਅਰ ਮੈਡੀਕਲ ਸਟੂਡੈਂਟ ਸੀਗਾ ਤੇ ਉਹਨਾਂ ਦਾ ਜਿਹੜਾ ਥਰਡ ਈਅਰ ਸ਼ੁਰੂ ਹੋਇਆ ਸੀ ਉਹ 15 ਮਈ ਨੂੰ ਸ਼ੁਰੂ ਹੋਇਆ ਸੀ। ਤੇ ਜਿਸ ਹਿਸਾਬ ਨਾਲ ਇੱਥੇ ਅਮਰੀਕਾ ਦੇ ਵਿੱਚ ਮੈਡੀਕਲ ਸਟੱਡੀ ਹੈਗੀ ਹੈ, ਤੀਸਰਾ ਸਾਲ ਜਿਹੜਾ ਬੱਚਿਆਂ ਦਾ ਹੁੰਦਾ ਵਾ ਉਹ ਕਲੀਨਿਕਲ ਰੋਟੇਸ਼ਨਸ ਦਾ ਹੁੰਦਾ ਵਾ। ਸੋ ਜੁਲਾਈ 23 ਨੂੰ ਵੈਬਰ ਵਾਸ ਔਨ ਕਲੀਨਿਕਲ ਰੋਟੇਸ਼ਨਸ ਐਟ OBGYN ਕਲੀਨਿਕ। ਓਕੇ। ਉੱਥੇ ਉਹਦੇ ਕੋਲ ਸਵੇਰੇ 9 ਵਜੇ ਇੱਕ ਕੋਈ ਕੁੜੀ ਆਂਦੀ ਹੈਗੀ ਹੈ 24 ਸਾਲ ਦੀ, ਉਹ ਉੱਥੇ ਆਪਣਾ STD ਸਕਰੀਨਿੰਗ ਵਾਸਤੇ ਆਂਦੀ ਹੈਗੀ ਹੈ। STD ਮੈਂ ਵਿਖਿਆਨ ਕਰਕੇ ਦੱਸ ਦਿੰਦਾ, ਇਸ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ਸ, ਦੈਟਸ ਵਾਟ ਸਟੈਂਡਸ ਫॉर। ਤੇ OBGYN ਕਲੀਨਿਕ ਦੇ ਵਿੱਚ ਉਹ ਆਂਦੀ ਹੈਗੀ ਹੈ। ਸੋ ਜਿਹੜਾ ਉੱਥੇ ਜਦੋਂ ਆਂਦੀ ਹੈ ਤੇ ਉਹਨੂੰ ਬੇਸਿਕਲੀ ਵੈਬਵ ਟੇਕਸ ਦਾ ਇਨਟੇਕ, ਹੀ ਡੂ ਦਾ ਇਨਟੇਕ ਪ੍ਰੋਸੈਸ ਆਫ ਦੈਟ ਪੇਸ਼ੈਂਟ।
ਸੋ ਇਨਟੇਕ ਪ੍ਰੋਸੈਸ ਦੇ ਵਿੱਚ ਬੇਸਿਕਲੀ ਜਿਹੜਾ ਵੀ ਬੰਦਾ ਹੈਗਾ ਵਾ ਉਹਨੂੰ ਕੁਐਸਚਨ ਪੁੱਛਣੇ ਆ, some intimate questions about her sex life because she has come over there for STD screening. So let me just correct. Basically, it's a standard questionnaire. So ਜਦੋਂ ਵੀ ਕੋਈ ਇਦਾਂ ਦਾ ਪੇਸ਼ੈਂਟ ਆਉਂਦਾ ਉਹ ਸਟੈਂਡਰਡ ਕੁਐਸਚਨੇਅਰ ਪੁੱਛ ਰਿਹਾ ਸੀ based on the training he was given. Okay. So basically he was asked by the university or by the college to do the intake process. Now ਮੇਰਾ ਪਹਿਲਾ ਕੁਐਸਚਨ ਉਹਨਾਂ ਨੂੰ ਸਕੂਲ ਵਾਲਿਆਂ ਨੂੰ ਇਹ ਸੀਗਾ ਕਿ ਮੇਰਾ ਬੇਟਾ ਹਲੇ ਫੁੱਲ ਫਲੈਸ਼ ਡਾਕਟਰ ਨਹੀਂ ਹੈਗਾ। ਹਾਊ ਡੂ ਯੂ ਤੁਸੀਂ ਉਹਨੂੰ ਉਹਦੇ ਨਾਲ ਇੰਟਰੈਕਟ ਫੀਮੇਲ ਪੇਸ਼ੈਂਟ ਦੇ ਨਾਲ ਇੰਟਰੈਕਟ ਕਿਵੇਂ ਕਰਨ ਤੱਕ ਕਰਵਾ ਸਕਦੇ ਹੋ? ਓਕੇ ਕਿ ਇਸ ਤੋਂ ਪਹਿਲਾਂ ਵੀ ਕਿਸੇ ਬੱਚੇ ਨੂੰ ਇਦਾਂ ਇੱਕ ਇੰਟਰੈਕਸ਼ਨ ਕਿਸੇ ਨਾਲ ਹੋਈ ਹੋਵੇ, ਇਸੇ ਤਰੀਕੇ ਦੀ ਪ੍ਰੋਬਲਮ ਜਦੋਂ ਕੋਈ ਇਸ ਤਰੀਕੇ ਦਾ ਕੋਈ ਪੇਸ਼ੈਂਟ ਆਇਆ ਹੋਵੇ, ਤੁਸੀਂ ਕੋਈ ਨੌਲੇਜ ਲਈ ਹੈ? ਜੀ ਦੇਖੋ ਮੈਂ ਉੱਥੇ ਦੇ ਜਿਹੜਾ ਕਲੀਨਿਕ ਦੀ ਇੰਚਾਰਜ ਹੈ ਉਹਨਾਂ ਨਾਲ ਕੀਤੀ ਸੀਗੀ ਗੱਲ, ਤੇ ਜੋ ਮੈਨੂੰ ਜਿੱਥੇ ਤੱਕ ਮੇਰੀ ਸਮਝ ਹੈਗੀ ਹੈ ਜਾਂ ਸਾਰਿਆਂ ਨੂੰ ਆਪਾਂ ਨੂੰ ਸਮਝ ਹੈਗੀ ਹੈ ਕਿ ਜਿਹੜੇ ਜਦੋਂ ਵੀ ਕੋਈ ਫੀਮੇਲ ਪੇਸ਼ੈਂਟ ਮੇਲ ਬੰਦਾ ਕੋਈ ਵੀ ਮੇਲ ਦੇਖਣ ਜਾਂਦਾ ਹੈ ਸਪੈਸ਼ਲੀ ਇਨ OBGYN ਦੇ ਵਿੱਚ ਉਹ देयर हैज टू बी अ चैपरन, ਉਹਦੇ ਨਾਲ ਕੋਈ ਨਾ ਕੋਈ ਹੋਰ ਬੰਦਾ ਹੋਣਾ ਚਾਹੀਦਾ ਹੈ, ਇਕੱਲਾ ਬੰਦਾ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਉਹ ਉੱਥੇ ਮੇਲ ਬੰਦਾ ਹੈਗਾ ਵਾ, ਜਿਹੜਾ ਮੇਲ ਹੈਗਾ ਵਾ ਹੀ ਇਜ਼ ਆਲਵੇਜ਼ ਇਨ ਅ ਵੈਰੀ ਵਲਨਰੇਬਲ, ਬੜੀ ਡੇਂਜਰਸ ਪੋਜੀਸ਼ਨ ਦੇ ਵਿੱਚ ਹੈਗਾ ਕਿਉਂਕਿ ਜਿਹੜੇ OBGYN ਕਲੀਨਿਕ ਦੇ ਵਿੱਚ 100% ਜਿਹੜੇ ਪੇਸ਼ੈਂਟ ਆਣੇ ਉਹ ਫੀਮੇਲਸ ਆਣੀਆਂ, ਮੇਲ ਤਾਂ ਆਲਰੇਡੀ ਉੱਥੇ ਕਿੰਨਾ ਥੋੜੇ ਬਹੁਤ ਹੋਣੇ ਆ। So ਜਦੋਂ ਤੁਸੀਂ ਕੁਐਸਚਨ ਪੁੱਛ ਰਹੇ ਹੋ, so yes, so there was a process which was not followed. Okay. It's requirement for them to process was not followed. They did not follow that. ਠੀਕ ਹੈ। So ਜਦੋਂ ਅਸੀਂ ਹੋਰ ਕਿਸੇ ਨੇ ਵੀ ਗੱਲਾਂ ਕੀਤੀਆਂ ਉੱਥੋਂ ਦੀ ਨਰਸ ਸੁਪਰਵਾਈਜ਼ਰ ਨਾਲ, she said no, I have been complaining about that, they did not follow that. Okay. And then ਉਹ 9 ਵਜੇ ਸਵੇਰੇ ਕੁੜੀ ਆਪਣਾ ਉਹ ਟੈਸਟ ਵਾਸਤੇ ਆਂਦੀ ਹੈਗੀ ਹੈ। ਸੋ ਬੇਸਿਕਲੀ ਵੈਬ ਉਹਦਾ ਕੱਲਾ ਇਨਟੇਕ ਪ੍ਰੋਸੈਸ ਕਰਦਾ ਹੈਗਾ ਵਾ। ਉਸ ਤੋਂ ਬਾਅਦ ਉਹਨੂੰ ਪੁੱਛਦਾ ਹੈਗਾ ਵਾ ਕਿ ਦੈਟ ਤੇਰਾ ਫਿਜ਼ੀਕਲ ਐਗਜ਼ਾਮ ਕਰਨਾ ਹੈਗਾ ਵਾ। You want me to do the physical exam or you want the nurse practitioner to do? ਤਾਂ ਕੁੜੀ ਕਹਿੰਦੀ ਹੈ ਕਿ I want nurse practitioner to do the exam. all right ਤਾਂ ਉਹ ਕਰਦੀ ਹੈ ਫਿਰ and nurse ਉਹਨੂੰ ਪੁੱਛਦੀ ਹੈ ਕਿ student can stay in the room. okay mean they have to take the permission Okay, of okay. patient ਦੀ Yeah, and she agreed on that ਕਿ ਉਹ student ਵੈਭਵ room ਦੇ ਵਿੱਚ ਰਹਿ ਸਕਦਾ ਹੈਗਾ। so everything was fine up to that point. exam ਹੋਇਆ, nurse practitioner ਨੇ ਕੀਤਾ, ਵੈਭਵ was in the room and while she was leaving ਜਦੋਂ ਤੋਂ ਜਾ ਰਹੀ ਸੀਗੀ ਤਾਂ since like ਕਿ ਅਸੀਂ both ਹੀ medical profession ਦੇ ਵਿੱਚ ਹੈਗਾ, why don't you follow me on? ਸੋ ਬੇਸਿਕਲੀ ਜਦੋਂ Social media ਤੇ follow, ਐਗਜ਼ਾਮ ਕਰਨ ਤੋਂ ਬਾਅਦ ਉਹ ਜਦੋਂ ਬਾਹਰ ਨਿਕਲਦੀ ਹੈ ਕਮਰੇ ਦੇ ਵਿੱਚੋਂ, ਸੋ ਵੈਬ ਨੂੰ ਐਕਨੋਲਜ ਕਰਦੀ ਹੈ ਉੱਥੇ ਹਾਲਵੇ ਦੇ ਵਿੱਚ ਕਿ ਨਾਮ ਵਾਸ ਨਾਈਸ ਮੀਟਿੰਗ ਯੂ। ਵੈਬ ਕਹਿੰਦਾ ਓਕੇ ਇਟ ਵਾਸ ਨਾਈਸ ਮੀਟਿੰਗ ਯੂ ਟੂ। ਉਹ ਕਹਿੰਦੀ ਬਾਈ ਦੀ ਵੇ ਆਈ ਐਮ ਅ ਨਰਸ। ਜਿਹੜੀ ਪੇਸ਼ੈਂਟ ਆਂਦੀ ਹੈ ਉਹ ਕਹਿੰਦੀ ਮੈਂ ਵੀ ਨਰਸ ਹੈਗੀ ਹਾਂ, ਉਹ ਸੇਮ ਫੈਸਿਲਿਟੀ ਚ ਨਰਸ ਨਹੀਂ ਕਿਸੇ ਹੋਰ ਪਾਸੇ ਨਰਸ ਹੈਗੀ ਹੈ, ਉਹ ਕਹਿੰਦੀ ਮੈਂ ਵੀ ਨਰਸ ਹੈਗੀ ਹਾਂ। ਉਹ ਕਹਿੰਦਾ ਓਕੇ ਯਾ ਦੈਟਸ ਗੁੱਡ। ਤੇ ਉਹ ਕਹਿੰਦੀ ਕਿ ਨਾਮ ਲੈਟਸ ਮੀਟ ਸਮ ਟਾਈਮ ਲੇਟਰ, ਫੋਲੋ ਮੀ ਔਨ ਇੰਸਟਾਗ੍ਰਾਮ। ਸੋ ਕੁੜੀ ਜਿਹੜੀ ਉਹ ਨਰਸ ਪੇਸ਼ੈਂਟ ਜਿਹੜੀ ਆਈ ਸੀਗੀ ਉਹ ਉਹਨੂੰ ਕਹਿੰਦੀ ਫੋਲੋ ਮੀ ਔਨ ਇੰਸਟਾਗ੍ਰਾਮ, ਤੇ ਉਹਨੂੰ ਆਪਣਾ ਉਹ ਇੰਸਟਾਗ੍ਰਾਮ ਹੈਂਡਲ ਦਿੰਦੀ ਹੈਗੀ। ਸੋ ਇਹ ਗੱਲ ਹੈਗੀ ਹੈ ਜੀ ਤਕਰੀਬਨ ਆਲਮੋਸਟ 10 ਵਜੇ ਦੀ ਗੱਲ ਹੋਣੀ ਹੈ ਕਿ ਜਦੋਂ ਉਹ ਆ ਸਭ ਕੁਝ ਹੋਇਆ, ਇੰਸਟਾਗ੍ਰਾਮ ਹੈਂਡਲ ਉਹਨੇ ਦਿੱਤਾ। ਉਹ ਤੋਂ ਬਾਅਦ ਕੀ ਹੁੰਦਾ ਜੀ, ਉਹ ਚਲੇ ਜਾਂਦੀ ਹੈ। ਸੋ ਵੈਭਵ ਉੱਥੇ ਬਿਜ਼ੀ ਹੈ, ਉਹ ਆਪਣੇ ਹੋਰ ਪੇਸ਼ੈਂਟ ਵਗੈਰਾ ਨੂੰ ਦੇਖਦਾ ਤੇ ਉਹ ਇੰਸਟਾਗ੍ਰਾਮ ਦਾ ਵੇ ਇੰਸਟਾਗ੍ਰਾਮ ਵਰਕਸ ਇਜ਼ ਕਿ ਤੁਸੀਂ ਇੰਸਟਾਗ੍ਰਾਮ ਤੇ ਰਿਕੁਐਸਟ ਭੇਜੋਗੇ। ਪਹਿਲੀ ਗੱਲ ਤਾਂ ਤੁਹਾਨੂੰ ਕਿਸੇ ਦਾ ਹੈਂਡਲ ਨਹੀਂ ਪਤਾ ਹੁੰਦਾ, ਜਿਵੇਂ ਹੁਣ ਤੁਹਾਡਾ ਨਾਮ ਗੀਤ ਉਦੇ ਸੈਣੀ ਹੈ, ਯੂਰ ਇੰਸਟਾਗ੍ਰਾਮ ਹੈਂਡਲ ਡਿਫਰੈਂਟ ਹੋਊਗਾ, ਮੇਰਾ ਵਿਵੇਕ ਦੁੱਗਲਾ ਮੇਰਾ ਡਿਫਰੈਂਟ ਹੋਊ। ਠੀਕ ਹੈ ਓਕੇ। ਸੋ ਪਹਿਲਾਂ ਤਾਂ ਉਹਨੇ ਆਪਣਾ ਇੰਸਟਾਗ੍ਰਾਮ ਹੈਂਡਲ ਉਹਨੂੰ ਦਿੱਤਾ। somehow they connected on social media, ਉਹ ਹੋਏ ਕਨੈਕਟਡ ਹੋਏ ਦੋਨੋਂ ਜਾਣੇ ਮਿਲੇ। ਉਹੀ ਨਾਮ ਦੱਸ ਰਿਹਾ। ਸੋ ਬੇਸਿਕਲੀ ਕੀ ਹੁੰਦਾ, ਉਹ 10:30 ਵਜੇ ਉਹ ਸਕਰੀਨਸ਼ਾਟ ਲੈਂਦੀ ਹੈ ਜਦੋਂ ਵੈਭਵ ਨੂੰ ਰਿਕੁਐਸਟ ਭੇਜਦਾ, ਫਰੈਂਡ ਰਿਕੁਐਸਟ ਭੇਜਦਾ, ਸ਼ੀ ਟੇਕਸ ਅ ਸਕਰੀਨਸ਼ਾਟ ਆਫ ਹਿਸ ਫਰੈਂਡ ਰਿਕੁਐਸਟ ਓਕੇ ਵਾਈਲ ਐਕਟਿਵਲੀ ਔਨ ਦਾ ਕਾਲ। ਕਾਲ ਦੇ ਵਿੱਚ ਉਹ ਹੈਗੀ ਹੈ ਤੇ ਉਹਦਾ ਇੰਸਟਾਗ੍ਰਾਮ ਦੇ ਰਿਕੁਐਸਟ ਦਾ ਸਕਰੀਨਸ਼ਾਟ ਲੈਂਦੀ ਹੈ। ਠੀਕ ਹੈ। ਫਿਰ ਉਹ ਕਹਿੰਦੀ ਹੈ ਕਿ ਉਹਦੇ ਜੋ ਐਲੀਗੇਸ਼ਨਸ ਨੇ ਕਿ ਵੈਭਵ ਸੈਂਡ ਹਰ ਸਮ ਮੈਸੇजेस on Instagram which made her uncomfortable. All right. But
वो कह रही है कि आई कैन नॉट शो दोज, आई डू नॉट हैव दोज मैसेजेस क्योंकि वैभव ब्लॉक्ड मी ऑन द इंस्टाग्राम विद इन एन आवर्स टाइम। ਇੱਕ ਘੰਟੇ ਦੇ ਵਿੱਚ ਜਦੋਂ ਉਹਨੇ ਉਹਨੂੰ ਇੰਸਟਾਗ੍ਰਾਮ ਦੀ ਰਿਕੁਐਸਟ ਭੇਜੀ ਤੇ ਉਹਨੇ ਐਕਸੈਪਟ ਕੀਤਾ ਤੇ ਉਹ ਕਹਿੰਦੀ ਇੱਕ ਘੰਟੇ ਦੇ ਵਿੱਚ ਉਹਨੇ ਮੈਨੂੰ ਬਲੌਕ ਕਰਤਾ, ਇਸ ਕਰਕੇ ਮੇਰੇ ਕੋਲ ਕੋਈ ਮੈਸੇजेस ਨਹੀਂ ਹੈਗੇ ਜਿਨੇ ਮੈਨੂੰ ਅਨਕੰਫਰਟੇਬਲ। ਓਕੇ ਵਿਵੇਕ ਸਰ, ਐਗਜ਼ੈਕਟਲੀ। ਐਂਡ ਦੈਨ ਉਸ ਤੋਂ ਬਾਅਦ ਐਲੀਗੇਸ਼ਨਸ ਜਿਹੜੇ ਨੇ ਉਹ ਇਹ ਸਾਰੀਆਂ ਚੀਜ਼ਾਂ ਪਹੁੰਚਦੀਆਂ ਹੈ ਇੰਸਟੀਚਿਊਟ ਦੇ ਟੌਪ ਲੈਵਲ ਵੱਲ। ਐਂਡ ਦੈਨ ਉਸ ਤੋਂ ਬਾਅਦ ਇੱਕ ਲੈਟਰ ਜਾਂਦਾ ਹੈ ਵੈਭਵ ਦੁੱਗਲ ਨੂੰ। ਆਈ ਵਾਂਟ ਟੂ ਨੋ ਕਿ ਜਿਹੜੇ ਐਲੀਗੇਸ਼ਨਸ ਇੰਸਟੀਚਿਊਟ ਵੱਲੋਂ ਲਾਏ ਗਏ ਨੇ ਵੈਭਵ ਤੇ ਉਹ ਕੀ ਸੀਗੇ, ਉਹ ਤੁਸੀਂ ਮੈਨੂੰ ਦੱਸਿਓ ਜ਼ਰੂਰ। ਲੇਕਿਨ ਇੱਕ ਬ੍ਰੇਕ ਲਈ ਫਿਰ ਆਪਾਂ ਰੁਕਾਂਗੇ ਐਂਡ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਆਪਾਂ ਕੰਟੀਨਿਊ ਕਰਾਂਗੇ। ਛੋਟਾ ਜਿਹਾ ਬ੍ਰੇਕ, ਜਲਦ ਹਾਜ਼ਰ ਹੁੰਦੇ ਆ ਅੱਜ ਦਾ ਮੁੱਦਾ ਦੇ ਵਿੱਚ। ਅੱਜ ਦਾ ਮੁੱਦਾ ਤੁਸੀਂ ਵੇਖ ਰਹੇ ਹੋ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਵੈਭਵ ਦੁੱਗਲ ਦੀ। ਐਂਡ ਮੇਰੇ ਨਾਲ ਡਾਕਟਰ ਵੈਭਵ ਦੁੱਗਲ ਦੇ ਪੈਰੈਂਟਸ ਤੇ ਉਹਨਾਂ ਦੇ ਕੁਝ ਫੈਮਿਲੀ ਫਰੈਂਡਸ ਤੁਸੀਂ ਕਹਿ ਲਓ ਵੀ ਜੁੜੇ ਹੋਏ ਨੇ। ਆਪਾਂ ਉਹਨਾਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਕਿਉਂਕਿ ਗੱਲ ਆਪਾਂ ਕਰ ਰਹੇ ਸੀਗੇ ਉਹਨਾਂ ਐਲੀਗੇਸ਼ਨਸ ਦੀ। ਐਂਡ ਫਸਟ ਆਫ ਆਲ ਤੁਸੀਂ ਉਸ ਇਨਸੀਡੈਂਟ ਬਾਰੇ ਦੱਸਿਆ ਵਿਵੇਕ ਸਰ, ਨੀਰੂ ਮੈਮ, ਕਿ ਕਿਵੇਂ ਇਹ ਸਾਰੀਆਂ ਚੀਜ਼ਾਂ ਹੋਈਆਂ। ਬਟ ਐਗਜ਼ੈਕਟਲੀ ਵਾਟ ਵਰ ਦ ਐਲੀਗੇਸ਼ਨਸ ਮੇਡ ਬਾय ਦ ਇੰਸਟੀਟਿਊਸ਼ਨ, ਤੁਸੀਂ ਇਹਨੂੰ ਥੋੜਾ ਜਿਹਾ ਮੈਨੂੰ ਦੱਸਿਓ ਤਫਸੀਲ ਦੇ ਨਾਲ। ਐਂਡ ਦੈਨ ਉਸ ਤੋਂ ਬਾਅਦ ਮੈਂ ਚਾਹਾਂਗੀ ਕਿ ਕੁਝ ਆਪਾਂ ਇੰਪੋਰਟੈਂਟ ਚੀਜ਼ਾਂ ਤੇ ਹੋਰ ਵੀ ਗੱਲ ਕਰੀਏ ਸੋ ਦੈਟ ਇੱਕ ਇੰਪੋਰਟੈਂਟ ਮੈਸੇਜ ਜਿਹੜਾ ਹੈ ਉਹ ਸ਼ੋ ਦਾ ਜਿਹੜਾ ਹੈ ਜਾਵੇ ਆਡੀਅנס ਦੇ ਵੱਲ ਵੀ ਕਿ ਐਗਜ਼ੈਕਟਲੀ ਅੱਜ ਇਸ ਮੁੱਦਾ ਜੇ ਆਪਾਂ ਕਰ ਰਹੇ ਹਾਂ ਮੁੱਦਾ ਆਪਾਂ ਚੱਕਿਆ ਕਿਉਂ ਹੈ। ਨੀਰੂ ਮੈਮ, ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਐਗਜ਼ੈਕਟਲੀ ਐਲੀਗੇਸ਼ਨਸ ਵੈਭਵ ਤੇ ਕੀ ਲੱਗੇ ਸੀਗੇ ਐਂਡ ਉਸ ਤੋਂ ਬਾਅਦ ਵੈਭਵ ਨੇ ਕੀ ਕੀਤਾ। ਤੋ ਉਹਨਾਂ ਨੇ 28th of July ਨੂੰ ਡੀਨ ਆਫ ਸਟੂਡੈਂਟ ਫੇਅਰ ਉਹ ਵੈਭਵ ਨੂੰ ਈਮੇਲ ਭੇਜਦੀ ਹੈ। ਵੈਭਵ ਹੈਡ ਅ ਟੈਸਟ ਇਨ ਦ ਮਾਰਨਿੰਗ। ਓਕੇ। ਸੋ ਵੈਭਵ ਆਫਟਰਨੂਨ ਉੱਥੇ ਜਾਂਦਾ ਹੈ 2:30 ਦੇ ਅਪਾਇੰਟਮੈਂਟ ਜੀ। ਤੇ ਉੱਥੇ ਉਹਨੂੰ ਕਿਹਾ ਜਾਂਦਾ ਹੈ ਕਿ ਬ੍ਰੀਚ ਆਫ ਪ੍ਰੋਫੈਸ਼ਨਲਿਜ਼ਮ ਕਿ ਐਗਰੀਗੇਸ ਬਿਹੇਵੀਅਰ। ਠੀਕ ਹੈ। ਤੇ ਉਹਨੂੰ ਦੱਸਦੇ ਕਿ ਦਿਸ ਥਿੰਗ ਕੁਡ ਗੋ ਅਗੇਂਸਟ ਯੋਰ when you applying for next year for residency ਤੇਰਾ dismissal ਹੋ ਸਕਦਾ ਹੈ। mean every possible worst possible consequences ਜਿਹੜੇ ਹੋ ਸਕਦੇ ਸੀਗੇ ਉਹ ਉਹਨਾਂ ਨੇ ਉਹਦੇ ਨਾਲ ਸ਼ੇਅਰ ਕੀਤੇ। that time ਵੈਭਵ told his side of story too ਕਿਉਂਕਿ ਹੁਣ ਤੱਕ ਤਾਂ ਉਹਨਾਂ ਨੇ ਪੇਸ਼ੈਂਟ ਦੀ ਗੱਲ ਸੁਣੀ ਸੀਗੀ ਬਟ ਉਹ ਪਹਿਲੀ ਵਾਰੀ ਸੀਗੇ ਡੀਨ ਨੇ ਵੈਭਵ ਦੀ ਗੱਲ ਵੀ ਸੁਣੀ। ਵੈਭਵ ਨੇ ਆਪਣੀ ਸਾਈਡ ਦੀ ਸਟੋਰੀ ਸਾਰੀ ਦੱਸੀ ਹੈ। ਨਥਿੰਗ ਹੈਪਨਡ ਕਿ ਮੈਂ ਕੋਈ ਐਗਜ਼ਾਮ ਨਹੀਂ ਕੀਤਾ। ਆਈ ਜਸਟ ਲਾਈਕ ਬਰੀਫਲੀ ਟਾਕ ਟੂ ਹਰ ਐਂਡ ਸ਼ੀ ਵਾਸ ਦ ਵਨ ਹੂ ਆਫਰਡ ਇੰਸਟਾਗ੍ਰਾਮ ਹੈਂਡਲ। ਤੇ ਪਰ ਡੀਨ ਨੇ ਲਾਈਕ she didn't consider because this thing was like she pre-made her mind। ਉਹਨਾਂ ਨੇ already decide ਹੀ ਕੀਤਾ ਸੀਗਾ ਕਿ ਵੈਭਵ ਨੂੰ ਬੁਲਾ ਕੇ verdict ਦੇ ਦੇਣਾ ਹੈਗਾ ਕਿ ਤੈਨੂੰ ਡਿਸਮਿਸ ਕਰ ਰਹੇ ਹੈਗੇ ਆ। ਓਕੇ। ਤਾਂ ਉਹਨਾਂ ਨੇ ਵੈਭਵ ਦੀ ਜਿਹੜੀ ਸਟੋਰੀ ਸੁਣੀ ਹੈ ਉਹਨਾਂ ਨੇ ਉਤੇ ਕੋਈ ਰਿਐਕਟ ਨਹੀਂ ਕੀਤਾ। ਇਟ ਜਸਟ ਲਾਈਕ ਦੇ ਵਰਡਿਕਟਡ ਹਿਮ ਗਿਲਟੀ ਤੇ ਜਜਮੈਂਟ ਤਾਂ ਉਹਨਾਂ ਨੇ ਕੀਤੀ ਨਹੀਂ। ਫੇਅਰ ਪ੍ਰੋਸੈਸ ਤਾਂ ਕੁਝ ਵੀ ਨਹੀਂ ਕੀਤਾ। ਉਹਨਾਂ ਨੇ ਵੈਭਵ ਨੂੰ ਪਹਿਲੇ ਗਿਲਟੀ ਕਰ ਦਿੱਤਾ। ਫੇਅਰਨੈਸ ਤਾਂ ਵਿਲ ਟੇਕ ਕੇਅਰ ਅਬਾਊਟ ਦੈਟ ਥਿੰਗ ਲੇਟਰ। ਦੈਟ ਕਾਈਂਡ ਆਫ ਐਟੀਟਿਊਡ ਨਾਲ ਦੇ ਨਾਲ ਹੀ ਉਹਨਾਂ ਨੇ ਕਹਿਤਾ ਸੀਗਾ ਕਿ ਤੈਨੂੰ ਹੁਣ ਕਲੀਨਿਕਲ ਰੋਟੇਸ਼ਨਸ ਤੋਂ ਤੈਨੂੰ ਆਫ ਕਰ ਦਿੱਤਾ ਤੇ ਹੁਣ for 18 ਦਿਨ ਵਾਸਤੇ ਉਹਨਾਂ ਨੇ ਸਸਪੈਂਡ ਕਰ ਦਿੱਤਾ ਗਿਆ ਸੀ। ਓਕੇ। ਐਂਡ ਆਫਟਰ ਦੈਟ ਇਹ ਸਾਰੀਆਂ ਗੱਲਾਂ ਵੈਭਵ ਨੇ ਤੁਹਾਨੂੰ ਦੱਸੀਆਂ। Yeah। Okay। We forgot to add this thing like Vaibhav never missed any single day from school since elementary। Never missed any single day। Natural ਜੀ ਗੱਲ ਹੈ। That's a record। ਤੁਸੀਂ ਉਸ ਬੱਚੇ ਨੂੰ ਕਹਿ ਰਹੇ ਹੋ ਕਿ ਤੂੰ 18 ਦਿਨ ਅਸੀਂ ਤੈਨੂੰ ਰਿਮੂਵ ਕਰ ਰਹੇ ਹਾਂ ਕਲੀਨਿਕਲ ਰੋਟੇਸ਼ਨ। ਜਿਹੜਾ ਉਸ 3rd ਈਅਰ ਦਾ ਜਿਹੜਾ ਮੇਨ ਸਾਰਾ ਕੰਮ ਹੀ ਉਹੀ ਹੈ। ਉਹ ਬੱਚੇ ਨੇ ਕਰਨਾ ਹੀ ਉਹੀ ਹੈ, ਬੱਚੇ ਨੇ ਸਿੱਖਣਾ ਹੀ ਉਹੀ ਹੈ ਤੇ ਉਹਨੂੰ ਤੁਸੀਂ 18 ਦਿਨ ਵਾਸਤੇ ਰਿਮੂਵ ਕਰ ਰਹੇ ਹੋ। ਤੁਸੀਂ ਇਹ ਵੀ ਦੇਖੋ ਕਿ ਉਹਨੇ ਇਹ ਵੀ ਕਿਹਾ ਡੀਨ ਨੂੰ ਕਿ ਤੁਸੀਂ ਇਹ ਪਹਿਲਾਂ ਨਹੀਂ ਕਰ ਸਕਦੇ ਮੀਟਿੰਗ ਜਿਹੜੀ ਇਹਦੀ ਕਮੇਟੀ ਹੈ। ਮੈਂ ਤਿਆਰ। ਉਹਨੇ ਉੱਥੇ ਰਿਕੁਐਸਟ ਵੀ ਕੀਤੀ ਉਹਨਾਂ ਨੂੰ ਤੁਸੀਂ 18 ਦਿਨ ਵੇਟ ਨਾ ਕਰੋ। ਕੱਲ ਕਿਉਂ ਨਹੀਂ ਕਰ ਸਕਦੇ ਤੁਸੀਂ ਜਿਹੜੀ ਕਮੇਟੀ ਦੇ ਸਾਹਮਣੇ ਪੇਸ਼ ਕਰਨਾ ਮੈਨੂੰ। ਅੱਛਾ ਓਕੇ। ਫਿਰ ਕਹਿੰਦਾ ਵੀ ਜਲਦੀ ਕਰੋ, ਮੈਨੂੰ 18 ਦਿਨ ਵੇਟ ਨਹੀਂ ਕਰ ਸਕਦਾ। ਮੈਂ ਤੇ ਕੀਤਾ ਹੀ ਕੁਝ ਨਹੀਂ। ਤੁਸੀਂ ਹੁਣੇ ਡਿਸਾਈਡ ਕਰੋ। ਠੀਕ ਹੈ। ਉਹਨੇ 8 ਵਾਰੀ ਕਿਹਾ ਵੀ ਮੈਂ ਨਹੀਂ ਕੀਤਾ, ਜਲਦੀ ਕਰੋ। ਉਹ ਕਹਿੰਦੀ ਨਹੀਂ ਮੈਂ ਕੁਝ ਨਹੀਂ ਕਰ ਸਕਦੀ, ਬਸ ਤੈਨੂੰ ਵੇਟ ਕਰ। ਨਥਿੰਗ ਇਨ ਮਾਈ ਹੈਂਡਸ ਕਿ ਮੈਂ ਕੁਝ ਨਹੀਂ ਕਰ ਸਕਦੀ। ਕਮੇਟੀ ਡਿਸਾਈਡ ਕਰੇਗੀ। ਕਮੇਟੀ
15 ਅਗਸਤ ਨੂੰ ਬੈਠੇਗੀ ਤਾਂ ਤੱਕ ਮੈਂ ਕੁਝ ਨਹੀਂ ਕਰ ਸਕਦੀ। which was a lie because decision which was was a already made. lie, yeah, which was a Decision lie, was already क्योंकि made. ਅਸੀਂ ਪਤਾ ਕੀਤਾ ਹੈ ਅਗਰ ਸਮਥਿੰਗ ਅਰਜੈਂਟ ਕਮਸ ਅਪ ਲਾਈਕ ਕੁਝ ਐਮਰਜੈਂਸੀ ਹੈ, ਕੁਝ ਇਹੋ ਜਿਹਾ ਇਸ਼ੂ ਹੈਗਾ, ਹਾਈ ਇੰਪੋਰਟੈਂਸ ਹੈ, ਤਾਂ ਕਮੇਟੀ ਹਰ ਫਰਾਈਡੇ ਬੈਠਦੀ ਹੈ। ਓਕੇ ਓਕੇ ਉਹਦੇ ਹੱਥ ਦੇ ਵਿੱਚ ਸੀਗਾ ਉਹ ਖੜਨਾ। ਸੋ she denied that thing। ਐਂਡ ਦਿਸ ਹੈਪਨ ਔਨ ਫਿਰ 28 ਜਦੋਂ ਜੁਲਾਈ ਵੈਭਵ 28 ਜੁਲਾਈ ਨੂੰ ਹੋਇਆ ਇਹ ਸਾਰੀ ਚੀਜ਼ਾਂ। 28 ਜੁਲਾਈ ਆ, ਆਲਰਾਈਟ 28 ਠੀਕ ਹੈ। ਐਂਡ then after that ਜਦੋਂ ਵੈਭਵ ਉੱਥੋਂ ਨਿਕਲਣ ਲੱਗਿਆ ਤਾਂ ਸ਼ੀ ਐਕਸਟੈਂਡਡ ਹਰ ਹੈਂਡਸ, ਪਰ ਉਹਨੇ ਵੈਭਵ ਨੇ ਕਿਹਾ ਕਿ ਮੈਮ ਆਈ ਵੋਂਟ ਬੀ ਏਬਲ ਟੂ ਡੂ ਦੈਟ ਬਿਕੋਜ਼ ਮਾਈ ਹੈਂਡਸ ਆਰ ਸਵੈਟੀ। ਤੇ Okay. ਉਹ ਅਸੀਂ ਸਾਰੇ ਇਹੀ ਗੱਲ ਕਰਦੇ ਹਾਂ, ਸ਼ੀ ਹਰਸੈਲਫ ਅ ਡਾਕਟਰ, ਉਹ ਉਸ ਪੋਜੀਸ਼ਨ ਤੇ ਬੈਠੀ ਹੈ, ਡਾਕਟਰ ਹੈ, ਐਂਡ ਸ਼ੀ ਕੁਡਨਟ ਸੀ ਕਿ ਉਹ ਇੰਨਾ ਸਟ੍ਰੈਸ ਬੱਚੇ ਤੇ ਪਾ ਰਹੀ ਹੈ। 24 ਸਾਲ ਦਾ ਬੱਚਾ, he is tall, he is 6 foot 2 inch। ਉਹ ਬੱਚਾ ਅਗਰ ਤੁਹਾਨੂੰ ਆ ਕੇ ਕਹਿ ਰਿਹਾ ਕਿ my hands are sweaty, that means he is in stress। so what you doing over there? ਉਹਨਾਂ ਨੇ ਉਸ ਤੋਂ ਬਾਅਦ ਉਹਨੂੰ 915 ਟੋਕ ਨੰਬਰ ਦੇ ਦਿੱਤਾ, ਜਿਹੜਾ like it's not 24 hours। it's just like you ਉਹਦਾ have to ਸੜਕ ਦੇ call ਦੂਜੇ them and ਪਾਸੇ make an building ਹੈ, appointment। ਉੱਥੇ ਜਾ, ਆ ਨੰਬਰ ਆ, ਤੂੰ ਕਾਲ ਕਰ ਤੇ ਉੱਥੇ ਜਾ ਕੇ ਸੜਕ ਦੇ ਦੂਜੇ ਪਾਸੇ ਬਿਲਡਿੰਗ ਹੈ, ਤੈਨੂੰ ਜੇ ਲੋੜ ਆ ਤਾਂ ਉੱਥੇ across the street there is a building। ਤੁਸੀਂ ਉੱਧਰ ਜਾ ਕੇ ਆਪਣਾ ਤੂੰ ਕਰ ਲੈ ਅਗਰ ਤੈਨੂੰ ਕੁਝ ਹੈ। ਦੇਖ ਰਹੀ ਹੈ ਸਟ੍ਰੈਸ ਹੈਗਾ, ਪਰ ਲੇਕਿਨ ਕੀਤਾ ਕੀ? ਬੜਾ ਇੰਪੋਰਟੈਂਟ ਇੱਕ ਹੋਰ ਹੈਗਾ ਕਿ ਵੈਭਵ ਜਿਹੜੀ ਸੁਸਾਈਡ ਹੈਲਪਲਾਈਨ ਸੀਗੀ ਯੂਨੀਵਰਸਿਟੀ ਦੀ, ਉਹਦੇ ਨਾਲ ਅਟੈਚ ਸੀਗਾ, ਵਾਲੰਟੀਅਰ ਕਰਦਾ ਸੀਗਾ ਕਿ ਇਹੋ ਜਿਹੀਆਂ ਚੀਜ਼ਾਂ ਕਿਸੇ ਹੋਰ ਸਟੂਡੈਂਟਸ ਦੇ ਨਾਲ ਨਾ ਹੋਣ। ਤੇ ਤੁਸੀਂ ਇਹ ਦੇਖੋ ਕਿ ਹਾਲਾਂਕਿ ਤੁਹਾਨੂੰ ਉਸ ਚੀਜ਼ ਬਾਰੇ ਇੰਨੀ ਨੌਲੇਜ ਵੀ ਹੈ, ਤਾਂ ਵੀ ਉਹ ਇੰਨਾ ਜ਼ਿਆਦਾ ਉਹਨਾਂ ਨੇ ਪ੍ਰੈਸ਼ਰ ਉਹਦੇ ਉੱਤੇ ਪਾ ਦਿੱਤਾ ਕਿ ਉਹਦੇ ਕੋਲ ਕੋਈ ਹੋਰ ਡਿਸੀਜਨ ਨਹੀਂ ਸੀਗਾ ਬਟ ਕਿ ਆਪਣੀ ਗੇਮ ਇੱਥੇ ਖਤਮ ਕਰ ਦੇਵੇ। ਪਰ ਉਹਨਾਂ ਨੇ ਇੱਥੇ ਹੀ ਨਹੀਂ ਖਤਮ ਕੀਤਾ ਨਾ ਭਾਜੀ। Yeah. ਬਟ ਨੀਰੂ ਮੈਮ ਇਹ ਸਾਰੀਆਂ ਚੀਜ਼ਾਂ ਵੈਭਵ ਨੇ ਆ ਕੇ ਤੁਹਾਨੂੰ ਵੀ ਦੱਸੀ ਹੋਣੀ ਕਿ ਅੱਜ ਕੀ ਹੋਇਆ ਹੈ ਜਾਂ ਕੁਝ ਨਹੀਂ ਦੱਸਿਆ? ਨਹੀਂ, that day we have a brief talk। We had a brief talk around 8:15 ਵਜੇ। ਉਹਦਾ ਸਾਨੂੰ ਫੋਨ ਆਂਦਾ ਵਾ, ਜਸਟ ਰੈਗੂਲਰ ਕਾਲ ਆਂਦੀ ਹੈ ਜਿਵੇਂ ਸਾਨੂੰ ਰੋਜ਼ ਆਉਂਦੀ ਸੀ ਕਿ ਇਟ ਵਾਸ ਅ ਵੈਰੀ ਬਿਜ਼ੀ ਡੇ, ਆਈ ਐਮ ਟਾਇਰਡ, Okay. ਬੈਡ। ਤੇ ਉਹਨੇ ਐਕਚੁਅਲੀ ਉਸ ਵੀਕਐਂਡ ਤੇ ਸਾਡੇ ਕੋਲ ਇੱਥੇ ਹਿਊਸਟਨ ਵੀਕਐਂਡ ਵਾਸਤੇ ਆਉਣਾ ਸੀ, ਕਿਉਂਕਿ ਬਿਕਾਜ਼ ਜੁਲਾਈ 23 ਵਾਸ ਹਿਸ ਬਰਥਡੇ ਟੂ। ਸੋ ਉਹਨੇ ਆਪਣਾ ਬਰਥਡੇ ਸੀ ਉਹਦਾ ਪਲਾਨ ਬਣਾਇਆ ਸੀ ਕਿ ਅਸੀਂ ਉਹਦਾ ਬਰਥਡੇ ਇੱਥੇ ਆਪਾਂ ਫੈਮਿਲੀ ਸੈਲੀਬ੍ਰੇਟ ਕਰਾਂਗੇ ਉਹਦਾ ਵੀਕਐਂਡ ਤੇ। ਸੋ ਉਹ ਕੀ ਨਾਮ ਉੱਥੋਂ ਚਲੇ ਜਾਂਦਾ ਹੈਗਾ ਵਾ, ਡੀਨ ਉਹਨੂੰ ਜਾਣ ਦਿੰਦੀ ਹੈ। ਪੌਣੇ 8 ਵਜੇ ਸਾਡੇ ਨਾਲ ਪੌਣੇ 8 ਵਜੇ ਸਾਡੇ ਨਾਲ ਗੱਲਬਾਤ ਹੁੰਦੀ ਹੈ। ਫਿਰ ਉਸ ਤੋਂ ਬਾਅਦ ਜੀ ਉਹ ਉਹਨਾਂ ਦਾ ਪਲਾਨ ਹੁੰਦਾ ਵਾ, ਸੌਰੀ ਸੋ ਬੇਸਿਕਲੀ ਉਹ ਉਸ ਤੋਂ ਬਾਅਦ ਆਪਣੇ ਲਾਈਕ ਹੀ ਹੈਜ਼ ਅ ਗਰਲਫ੍ਰੈਂਡ ਟੂ। ਸੋ ਉਹ ਆਪਣੀ ਗਰਲਫ੍ਰੈਂਡ ਦੇ ਕੋਲ ਉਹਨਾਂ ਦਾ ਪਲਾਨ ਹੁੰਦਾ ਕਿ ਰਾਤ ਨੂੰ ਉਹਨਾਂ ਨੇ, ਬਿਕਾਜ਼ ਉਹਦੀ ਗਰਲਫ੍ਰੈਂਡ ਦਾ ਜਿਹੜਾ ਸੀਗਾ ਕਲੀਨਿਕ ਉਦੋਂ ਲੇਟ, ਅਗਲੇ ਦਿਨ ਲੇਟ ਸੀਗਾ, ਸਿਮਿਲਰਲੀ ਅਦਰ ਕਲੀਨਿਕ ਵੀ ਲੇਟ ਸੀਗਾ। ਸੋ ਦੇ ਹੈਡ ਪਲਾਨ ਟੂ ਸਪੈਂਡ ਦ ਨਾਈਟ ਟੂਗੈਦਰ। ਸੋ ਆਪਣੇ ਉਹਦੇ ਗਰਲਫ੍ਰੈਂਡ ਦੇ ਅਪਾਰਟਮੈਂਟ ਦੇ ਵਿੱਚ ਜਾਂਦਾ ਹੈਗਾ ਵਾ। ਰਾਤ ਨੂੰ ਉਹ ਮੂਵੀ ਵਗੈਰਾ ਦੇਖਦੇ ਨੇ। ਗਰਲਫ੍ਰੈਂਡ ਕਹਿੰਦੀ ਉਹਦੀ ਕਿ ਨਾਮ ਹੀ ਵਾਸ ਵੈਰੀ ਕੂਲ, ਵੈਰੀ ਕਾਮ, ਤੋਂ ਆਪਣਾ ਜੋ ਕਰ ਰਿਹਾ ਸੀਗਾ ਉਹਨਾਂ ਨੇ ਮੂਵੀ ਵਗੈਰਾ ਦੇਖੀ, ਆਪਣਾ ਪੂਰਾ ਹਾਸਾ ਖੇਡਾ ਜੋ ਵੀ ਸੀਗਾ ਉਹ ਕੀਤਾ। 10 ਵਜੇ ਕਹਿੰਦੀ ਵੀ ਗੋ ਟੂ ਬੈਡ। 10 ਵਜੇ ਉਹ ਬੈੱਡ ਤੇ ਚਲੇ ਜਾਂਦੇ ਨੇ। ਕਹਿੰਦੀ ਰਾਤ ਨੂੰ ਕਿ ਆਈ ਵਾਸ ਟਾਇਰਡ ਟੂ, ਕਹਿੰਦੀ ਮੈਂ ਸੌਂ ਰਹੀ ਸੀ ਤੇ ਕਹਿੰਦੀ ਮੈਂ ਦੇਖਿਆ ਕਿ ਉੱਠਿਆ ਹੋਇਆ ਵਾ। ਓਕੇ। ਉਦੋਂ ਕਹਿੰਦੀ ਅੱਧੀ ਰਾਤ ਤੋਂ ਜ਼ਿਆਦਾ ਹੋ ਚੁੱਕਾ ਸੀ, ਉਹ ਉੱਠਿਆ। ਮੈਂ ਉਹਨੂੰ ਕਹਿੰਦਾ ਤੂੰ ਕਿਉਂ, ਕੀ ਕਰ? ਕਹਿੰਦਾ ਕੁਛ ਨਹੀਂ ਤੂੰ ਪੈ ਜਾ ਉਹਨੂੰ ਐਂ ਕਹਿੰਦਾ। ਤੇ ਕਹਿੰਦੀ ਹੀ ਡਿਸਟਰਬ ਮੀ ਕੁਆਇਟ ਅ ਫਿਊ ਟਾਈਮਸ। ਫਿਰ ਕਹਿੰਦੀ ਇੱਕ ਵਾਰੀ ਉੱਠ ਕੇ ਮੇਰਾ ਚਾਰਜਰ ਵੀ ਲੈਣ ਲੱਗਾ। ਮੇਰਾ ਚਾਰਜਰ ਲਿਆ, ਕਹਿੰਦਾ ਮੈਂ ਚਾਰਜਰ ਤੇਰਾ ਲੈ ਲਾ, ਮੇਰੇ ਕੋਲ ਚਾਰਜਰ ਨਹੀਂ ਹੈਗਾ ਫੋਨ ਦਾ, ਮੈਂ ਆਪਣੇ ਅਪਾਰਟਮੈਂਟ ਕੋਲ ਲਿਆਇਆ। ਕਹਿੰਦੀ ਆਈ ਕੁਡ ਨਾਟ ਮੇਕ ਇਟ ਆਊਟ ਵਾਟ was going on. I asked him couple of days, he said no, don't worry, just sleep, that's fine। ਕਿਉਂਕਿ ਉਹ ਰਾਤ ਨੂੰ ਡੀਨ ਨੇ, ਜੋ ਨੀਰੂ ਨੇ ਤੁਹਾਨੂੰ ਦੱਸਿਆ ਕਿ ਉਹਨੂੰ ਪੌਣੇ 4 ਵਜੇ ਜਦੋਂ ਉਹਦੇ ਆਫਿਸ 'ਚੋਂ ਜਾਂਦਾ ਹੈ, ਪਸੀਨੇ ਦੇ ਨਾਲ ਹੱਥ ਉਹਦੇ ਭਰੇ ਹੋਏ ਨੇ, ਸਟ੍ਰੈਸ ਦੇ ਵਿੱਚ ਹੈਗਾ ਵਾ, ਡੀਨ ਉਹਨੂੰ ਰਾਤ ਨੂੰ 11:36 ਤੇ 11:36 ਤੇ ਡੀਨ ਉਹਨੂੰ ਈਮੇਲ ਘੱਲਦੀ ਹੈ। ਉਹਦੇ ਵਿੱਚ ਕਹਿੰਦੀ ਹੈ further to our discussion today in our office, these like you actually have to go in front of the GPC committee। ਜਿਹੜੀ GPC ਦਾ ਮਤਲਬ ਹੈ promotion committee, ਉਹਨਾਂ ਦੇ ਜਾ ਕੇ you actually have to plead your case। you have to tell them why you are over here for, what wrong did you do,
ਹਾਊ ਵਿਲ ਯੂ ਵਟ ਇਜ਼ ਯੂਰ ਰੈਮੀਡੀਅਲ ਪਲਾਨ, ਤੂੰ ਇਹਨੂੰ ਕਿਵੇਂ ਮੇਕ ਸ਼ੋਰ ਰਹੇਗਾ ਕਿ ਗਾਹਾਂ ਤੋਂ ਇਹੋ ਜੀ ਗੱਲ ਨਾ ਹੋਵੇ। ਉਹ ਇਹ ਬੱਚਾ ਉਹ ਇਹ ਸੋਚ ਰਿਹਾ ਕਿ ਭਾਈ ਮੈਂ ਤਾਂ ਕੁਝ ਕੀਤਾ ਹੀ ਨਹੀਂ, ਮੈਨੂੰ ਇਹ ਸਭ ਕੁਝ ਕਹਿ ਰਹੇ ਹੋ। ਫਿਰ ਉਸ ਤੋਂ ਬਾਅਦ ਫਰਦਰ ਉਹ ਈਮੇਲ ਦੇ ਵਿੱਚ ਲਿਖਦੀ ਹੈ ਕਿ ਬੇਸਿਕਲੀ ਉਹ ਤੁਹਾਨੂੰ ਗਿਲਟੀ ਕਰਾਰ ਕਰ ਦਿੱਤਾ ਉਹਨਾਂ ਨੇ, ਤੁਹਾਨੂੰ ਗਿਲਟੀ ਕਰਾਰ तो जो ਉਹਨੇ ਵਰਬਲੀ ਕਿਹਾ ਸੀ ਉਹ ਇਟ ਮੀਨਸ ਪਹਿਲਾਂ ਉਹਨੂੰ ਸ਼ਾਇਦ ਇਹ ਉਮੀਦ ਸੀ ਕਿ ਅੱਗੇ ਵੀ ਜੋ ਚੀਜ਼ਾਂ ਹੋਣਗੀਆਂ ਤੇ ਉਹ ਆਪਣੀ ਗੱਲ ਕਹਿ ਸਕੇਗਾ ਜਾਂ ਤੇ ਕੁਝ ਨਾ ਕੁਝ ਤੇ ਮੈਟਰ ਦਾ ਸੋਲਵ ਇੱਕ ਸੋਲੂਸ਼ਨ ਤੇ ਨਿਕਲੇਗਾ, ਬਟ ਇਹ ਗੱਲ ਆਉਣ ਤੋਂ ਬਾਅਦ ਮੇਬੀ ਸ਼ਾਇਦ ਉਹ ਖੁਦ ਟੁੱਟ ਚੁੱਕਿਆ ਸੀਗਾ। ਹੀ ਵਾਸ ਸ਼ੈਟਰਡ। ਉਹਦੀ ਈਮੇਲ ਚ ਕਨਫਰਮ ਕਰਤਾ, ਉਹਨੇ ਵੈਲੀਡੇਟ ਕਰਤਾ ਕਿ ਤੂੰ ਡਿਸਮਿਸ ਹੋ ਸਕਦਾ ਆ, ਆ ਜਿਹੜੀ ਰੈਜ਼ੀਡੈਂਸੀ ਲੈਟਰ ਤੇ ਤੁਸੀਂ ਸਭ ਕੁਝ ਜਾਏਗਾ। ਉਹ ਵਾਸ the point that he said I'm done, this is it। ਕਿਉਂਕਿ ਉਹ 1136 ਦੀ ਈਮੇਲ ਨੇ ਸਭ ਕੁਝ ਖਤਮ ਕਰਤਾ। ਉਹਨੇ ਉਸ ਈਮੇਲ ਦੇ ਵਿੱਚ ਉਹਨੇ ਬਲੂ ਬੋਲਡ ਲੈਟਰ ਦੇ ਨਾਲ ਜਿਹੜੇ ਵਰਸਟ ਕਨਸੀਕੁਐਂਸਸ ਸੀਗੇ ਉਹਨੇ ਇਕੱਲੇ ਉਹਨਾਂ ਦੇ ਉੱਤੇ ਹੀ ਉਹ ਬਲੂ ਬੋਲਡ ਐਰੋਜ਼ ਲਗਾਏ ਹੈ। ਓਕੇ ਮੀਨ the whole email is there but the ਜਿਹੜੇ blue bold arrow ਹੈਗੇ ਆ ਜਿਹੜੇ show ਕਰਦੇ ਆ ਉਹ ਸਿਰਫ worst consequences ਤੇ ਕਰਦੇ ਆ। ਠੀਕ। and ਜਿਹੜਾ late night time ਹੈ ਉਹ ਕੋਈ ਉਹ it's like a most vulnerable time। ਉਦਾਂ ਤੁਸੀਂ ਦਿਨ ਦੇ ਸਾਰਾ ਦਿਨ ਦੇ ਟਾਇਰਡ ਹੁੰਦੇ ਹੋ ਤੇ ਜਦੋਂ ਰਾਤ ਨੂੰ ਤੁਸੀਂ ਤੁਹਾਡੀ ਨਿਗਾਹ ਉਹਨਾਂ ਦੋ ਬਲੂ ਐਰੋ ਤੇ ਹੀ ਪਏਗੀ। ਜਦੋਂ ਮੈਂ ਵੀ ਈਮੇਲ ਦੇਖਦੀ ਸੀ ਮੈਂ ਉੱਤੋਂ ਨਹੀਂ ਸ਼ੁਰੂ ਕੀਤੀ, ਜਦੋਂ ਸਾਨੂੰ ਯੂਨੀਵਰਸਿਟੀ ਨੇ ਭੇਜਿਆ ਸਾਰਾ ਈਮੇਲ ਥ੍ਰੈਡ ਤਾਂ ਮੇਰੀ ਨਿਗਾਹ ਪਹਿਲੀ ਸਿਰਫ ਉਹ ਦੋ ਬਲੂ ਬੋਲਡ ਐਰੋ ਤੇ ਗਈ ਕਿ ਵਾਈ ਥੀਸ ਐਰੋਜ਼ ਆਰ ਓਵਰ ਹੇਅਰ। ਪੂਰੀ ਈਮੇਲ 'ਚ ਹੋਰ ਕਿਤੇ ਨਹੀਂ ਹੈਗੇ, ਇੱਥੇ ਹੀ ਕਿਉਂ ਰੱਖੇ ਹੋਏ ਆ ਉਹਨਾਂ ਨੇ। ਸੋ ਜੋ ਉਹ ਦੋ ਐਰੋ ਸੀ ਉਹ ਵਰਸਟ ਕਨਸੀਕੁਐਂਸਸ ਸੀਗੇ। ਸੋ that was the trigger। ਪਹਿਲਾਂ ਹੀ ਗਿਲਟੀ ਕਰਾਰ ਦੇਤਾ ਵਿਦਆਊਟ ਇਨਵੈਸਟੀਗੇਸ਼ਨ। ਲੇਕਿਨ ਮੈਂ ਇਹ ਸੋਚ ਰਹੀ ਹਾਂ ਕਿ ਐਂਡ ਉਸ ਤੋਂ ਬਾਅਦ ਜੋ ਹੋਇਆ ਉਹ ਉਸ ਦੇ ਲਈ ਤੇ ਇਵਨ ਆਈ ਐਮ ਟੰਗ ਟਾਈਡ ਕਿਉਂਕਿ ਬਹੁਤ ਹੀ ਜ਼ਿਆਦਾ ਡਿਵਸਟੇਟਿੰਗ ਸਿਚੁਏਸ਼ਨ ਮੇ ਬੀ ਸ਼ਾਇਦ ਉਸ ਵੇਲੇ ਵੀ ਕਿਉਂਕਿ ਇੱਕ ਸਟੇਟ ਆਫ ਮਾਈਂਡ ਕੀ ਹੁੰਦਾ ਹੈ ਉਸ ਪਰਸਨ ਦਾ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਉਹ ਫੇਸ ਕਰ ਰਿਹਾ ਹੁੰਦਾ ਹੈ। ਐਂਡ ਹੀ ਵਾਸ ਜਸਟ 24 ਏਜ ਕੁਛ ਨਹੀਂ ਹੁੰਦੀ ਹੈ, ਤੁਸੀਂ ਅਜੇ ਸਿੱਖ ਰਹੇ ਹੁੰਦੇ ਹੋ ਕਿੰਨਾ ਕੁਝ, ਤੁਸੀਂ ਇੱਕ ਮੈਚਿਓਰਿਟੀ ਦਾ ਆਣਾ ਹਜੇ ਫਿਲਹਾਲ ਉਹ ਇੱਕ ਉਸੇ ਰਾਸਤੇ 'ਚ ਹੁੰਦੀ ਹੈ। ਲੇਕਿਨ I know it is very difficult to handle the situation ਜਦੋਂ ਇਸ ਤਰੀਕੇ ਦੀ ਸਿਚੁਏਸ਼ਨ ਤੁਸੀਂ ਫੇਸ ਕਰ ਰਹੇ ਹੋਵੋ। But I want to know looking back ਨੀਰੂ ਮੈਮ ਮੈਂ ਜਾਨਣਾ ਚਾਹਾਂਗੀ ਕਿ ਇਹ ਜੋ ਚੀਜ਼ ਹੋਈ ਕਿ ਇਸ ਟ੍ਰੈਜਡੀ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਸੀਗਾ somehow। ਕੁਝ ਹੋਰ ਵੀ ਸਵਾਲ ਨੇ, ਮੈਂ ਉਸ ਤੇ ਵੀ ਚਾਹਾਂਗੀ ਕਿ ਤੁਸੀਂ ਸਾਰੇ ਆਪਣਾ ਟੇਕ ਜ਼ਰੂਰ ਦਿਓ। ਮਨਦੀਪ ਸਰ ਤੁਸੀਂ ਆਪਣਾ ਦਿਓ। ਇੱਕ ਛੋਟੇ ਜਿਹੇ ਹੋਰ ਬ੍ਰੇਕ ਲਈ ਮੈਨੂੰ ਰੁਕਣਾ ਹੈ ਐਂਡ ਕਾਇਦੇ ਤੋਂ ਫਿਰ ਆਪਾਂ ਵਾਪਸ ਆਉਂਦੇ ਹਾਂ ਤੇ ਫਿਰ ਇਸ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦਾ ਮੁੱਦਾ ਦੇ ਵਿੱਚ ਮੈਂ ਸਿੱਧਾ ਮਹਿਮਾਨਾਂ ਵੱਲ ਰੁਕ ਕਰਨਾ ਚਾਹਾਂਗੀ ਜਿਨ੍ਹਾਂ ਨਾਲ ਅੱਜ ਆਪਾਂ ਇਸ ਚਰਚਾ ਤੇ ਇਸ ਮਸਲੇ ਦੀ ਅੱਜ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਸਿੱਧਾ ਸਾਡਾ ਜਿਹੜਾ ਫੋਕਸ ਹੈ ਉਹ ਡਾਕਟਰ ਵੈਭਵ ਦੁੱਗਲ 24 ਸਾਲ ਦੇ ਇੱਕ ਨੌਜਵਾਨ ਜਿਹੜਾ ਆਪਣੇ ਸੁਪਨਿਆਂ ਵੱਲ ਅੱਗੇ ਵਧ ਰਿਹਾ ਸੀਗਾ ਲੇਕਿਨ ਕਿਉਂ ਉਹ ਸੁਪਨੇ ਟੁੱਟ ਜਾਂਦੇ ਨੇ। ਗੱਲ ਆਪਾਂ ਉਸ ਤੇ ਕੀਤੀ ਹੈ। ਹੁਣ ਤੱਕ ਜੋ ਕੁਝ ਹੋਇਆ, ਜੋ ਕੁਝ ਇਨਸੀਡੈਂਟ ਹੈਪਨ ਹੋਇਆ ਉਸ ਟ੍ਰੈਜਡੀ ਬਾਰੇ ਆਪਾਂ ਗੱਲ ਕੀਤੀ ਹੈ। ਲੇਕਿਨ ਕੀ ਕਿਉਂਕਿ ਇਹ ਪਹਿਲਾ ਕੇਸ ਨਹੀਂ ਹੈ, ਇਹੋ ਜਿਹੇ ਹੋਰ ਵੀ ਬਹੁਤ ਸਾਰੇ ਕੇਸਿਸ ਆਪਾਂ ਆਲ ਓਵਰ ਦ ਵਰਲਡ ਦੇਖਦੇ ਹਾਂ, ਖਬਰਾਂ ਆਉਂਦੀਆਂ ਨੇ, ਲੇਕਿਨ ਹਮੇਸ਼ਾ ਇੱਕੋ ਸਵਾਲ ਚੱਕਿਆ ਜਾਂਦਾ ਹੈ ਕਿ ਇਹ ਜੋ ਚੀਜ਼ ਹੋਈ ਕੀ ਇਹਨੂੰ ਆਪਾਂ ਰੋਕ ਸਕਦੇ ਸੀਗੇ? ਕੀ ਇਸ ਦਾ ਕੋਈ ਹੋਰ ਵੇ ਆਊਟ ਹੋ ਸਕਦਾ ਸੀਗਾ? ਮੇ ਬੀ ਸ਼ਾਇਦ ਇਹ ਜੋ ਹੋਇਆ ਇਸ ਦਾ ਵੀ ਕੋਈ ਹੋਰ ਵੇ ਆਊਟ ਹੋ ਸਕਦਾ ਸੀਗਾ। ਇਹਨੂੰ ਪਰਫੈਕਟਲੀ ਹੈਂਡਲ ਕਿਵੇਂ ਕੀਤਾ ਜਾ ਸਕਦਾ ਸੀਗਾ? ਮਨਦੀਪ ਸੇਖੋ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਲੁਕਿੰਗ ਬੈਕ what do you feel could have been done different to prevent this tragedy? ਸਭ ਤੋਂ ਪਹਿਲਾਂ ਤੇ ਇਨਵੈਸਟੀਗੇਸ਼ਨ ਫੇਅਰ ਇਨਵੈਸਟੀਗੇਸ਼ਨ ਡਸਨਟ ਮੈਟਰ ਕਿਹੜੀ ਰੀਜ਼ਨ ਹੈ, ਇਟ ਨੀਡਸ ਟੂ ਬੀ। ਜਦੋਂ ਵੈਭਵ ਨੂੰ ਉਹਨਾਂ ਨੇ ਕਮਰੇ 'ਚ ਆਪਣੇ ਬੁਲਾਇਆ, ਵੈਭਵ ਨੇ 8 ਵਾਰੀ ਕਿਹਾ ਕਿ ਮੈਂ ਕੁਝ ਨਹੀਂ ਕੀਤਾ। ਉਹਨਾਂ ਨੂੰ ਇਹ ਚਾਹੀਦਾ ਸੀ ਕਿ ਉਹਦੀ ਕਹਾਣੀ ਸੁਣੋ, ਓਕੇ ਠੀਕ ਹੈ ਹੁਣ ਜੋ ਤੂੰ ਕਹਿ ਰਿਹਾ ਆ ਵੈਲੀਡੇਟ ਦੁਬਾਰਾ ਉੱਥੇ ਕੀਤਾ ਜਾਏ, ਫਿਰ ਤੈਨੂੰ ਦੁਬਾਰਾ ਬੁਲਾਉਂਦੇ ਆ ਤੇ ਫਿਰ ਗੱਲ ਕਰਦੇ ਆ। ਉਹ ਵਰਸਸ ਆਲਰੇਡੀ ਮੇਕਿੰਗ ਅ ਡਿਸੀਜਨ ਐਂਡ ਦੈਟਸ ਨੰਬਰ 1। ਦੂਜਾ ਬੱਚਿਆਂ ਨੂੰ ਪਹਿਲਾਂ ਇਟ ਹੈਜ਼ ਟੂ ਬੀ ਦੇ ਨੀਡ ਟੂ ਬੀ ਗਿਵਨ ਸਮ ਸਪੋਰਟ।
ਉਹਨਾਂ ਨੂੰ ਮੈਂਡੇਟਰੀ ਚਾਹੀਦਾ ਕਿ ਜਦੋਂ ਬੱਚੇ ਨੂੰ ਕਿਸੇ ਇਦਾਂ ਦੀ ਗੱਲ ਕਰਨੀ ਆ, ਤੁਹਾਨੂੰ ਨਾਲ ਕੋਈ ਬੰਦਾ ਚਾਹੀਦਾ ਜਿਹੜਾ ਤੁਹਾਡਾ ਹੱਕ ਬੋਲੇ, ਤੁਹਾਡਾ ਐਡਵਾਈਜ਼ਰ ਹੋਏ, ਮੈਂਟਰ ਹੋਏ, ਪ੍ਰੋਫੈਸ਼ਨਲ ਹੈਲਪ ਹੋਏ, ਜਿਹੜੀ ਉਹਦੇ ਨਾਲ ਉਹਨਾਂ ਦੇ ਹੋਏ, ਵਰਸਸ ਕੀ ਵਨ ਸਾਈਡਡ ਸਟੋਰੀ। ਐਂਡ ਉਸ ਤੋਂ ਬਾਅਦ ਉਹਦੀ ਬਾਤ ਵਿੱਚ ਵੀ ਸਪੋਰਟ ਚੱਲਦੀ ਰਹੇ ਉਹਦੇ ਨਾਲ, ਜੇ ਉਹਦੇ ਨਾਲ ਇਦਾਂ ਦੀ ਗੱਲ ਕੋਈ ਕੀਤੀ ਜਾਏ। ਤੇ ਫੇਅਰ ਇਨਵੈਸਟੀਗੇਸ਼ਨ ਵਰਸਸ punitive, it was like basically ਤੈਨੂੰ ਸਜ਼ਾ ਦਿੱਤੀ ਆ, versus listing his side of the story. So definitely it was preventable, no doubt about it. If they would have taken responsibility and a conscious ਨਾਲ, ethically, and just doing their job that we are going to do, ਦੋਨਾਂ ਧਿਰਾਂ ਦਾ ਪੱਖ ਦੇਖਿਆ ਜਾਏ versus ਇੱਕੋ ਪਾਸੇ ਦੀ ਗੱਲ ਸੁਣ ਕੇ ਉਹਨੂੰ ਉੱਤੇ ਐਕਸ਼ਨ ਲਿਆ ਜਾਏ। ਮੈਨੂੰ ਹੁਣ ਤੱਕ ਜੋ ਤੁਹਾਡੇ ਸਾਰਿਆਂ ਦੀ ਗੱਲ ਤੋਂ ਇਹ ਸਮਝ ਆਇਆ ਹੈ ਕਿ ਜੋ ਕੁਝ ਹੋਇਆ ਵੈਭਵ ਨੇ ਆਪਣੀ ਗੱਲ ਰੱਖਣੀ ਵੀ ਚਾਹੀ। ਇਨਫੈਕਟ ਮੇਬੀ ਸ਼ਾਇਦ ਇਸ ਇਨਸੀਡੈਂਟ ਤੋਂ ਬਾਅਦ ਤੁਸੀਂ ਵੀ ਗੱਲ ਜ਼ਰੂਰ ਉਹਨਾਂ ਨਾਲ ਕੀਤੀ ਹੀ ਹੋਵੇਗੀ, ਬਟ ਮੈਨੂੰ ਨਹੀਂ ਲੱਗਦਾ ਕਿ ਉਹ ਉਸ ਗੱਲਾਂ ਤੇ ਉਹਨਾਂ ਨੇ ਕਿਸੇ ਤਰੀਕੇ ਦਾ ਕੋਈ ਪੋਜ਼ਿਟਿਵ ਇੱਕ ਸਿਰਫ ਆਪਣੀ ਗੱਲ ਉਹਨਾਂ ਨੇ ਕਹੀ ਹੋਵੇ ਜਾਂ ਸਪੋਰਟ ਕਿਸੇ ਤਰੀਕੇ ਦਾ ਕੀਤਾ ਹੋਵੇ। ਉਹ ਸਿਰਫ ਆਪਣੇ ਰੈਪੂਟੇਸ਼ਨ ਦੀ, they were only concerned with their reputation. ਡਾਕਟਰ ਧਾਲੀਵਾਲ ਜੀ, I want to know from you, in your opinion, ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਰਿਫਾਰਮਸ ਜਾਂ ਪਾਲਿਸੀਜ਼ should be implemented in the future, to ensure the protection and mental well-being of students? ਕਿਉਂਕਿ ਅੱਜ ਕੱਲ ਬੱਚਿਆਂ ਦੀ ਮੈਂਟਲ ਵੈਲ-ਬੀਇੰਗ ਇਹਨਾਂ ਸਾਰਿਆਂ ਨੂੰ ਲੈ ਕੇ ਇੰਨੀ ਜ਼ਿਆਦਾ ਗੱਲ ਹੁੰਦੀ ਹੈ, ਲੇਕਿਨ ਫਿਰ ਵੀ ਜਿੰਨੀ ਗੱਲ ਹੋ ਰਹੀ ਹੈ, ਜਿੰਨੀ ਅਵੇਅਰਨੈਸ ਵੱਧ ਰਹੀ ਹੈ, ਇਹ ਕੇਸਿਸ ਤੇ ਹੋਰ ਵੱਧ ਰਹੇ ਨੇ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਉਹਦੇ 'ਚ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਜਦੋਂ ਬੱਚਾ ਇਹੋ ਜਿਹੇ ਸਟ੍ਰੈਸਫੁਲ এনवायरमेंट ਦੇ ਵਿੱਚ ਜਾ ਰਿਹਾ, ਉਹਦੇ 'ਚ ਉਹਨਾਂ ਦੇ ਮੈਂਟਰ ਪ੍ਰੋਗਰਾਮ ਚਾਹੀਦੇ ਨੇ। ਜਿੱਦਾਂ ਹੁਣ OBGYN ਸਭ ਤੋਂ ਜ਼ਿਆਦਾ ਕੇਸ ਇਸ ਡਿਪਾਰਟਮੈਂਟ ਦੇ ਵਿੱਚ ਹੁੰਦੇ ਨੇ। ਜਦੋਂ ਬੱਚੇ ਨੇ ਇਸ ਡਿਪਾਰਟਮੈਂਟ ਦੇ ਵਿੱਚ ਸ਼ੁਰੂ ਕਰਨਾ, ਉਹਦੇ ਨਾਲ ਬੈਠ ਕੇ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ, ਦੱਸਣਾ ਚਾਹੀਦਾ ਕਿ ਇਹੋ ਜਿਹੀਆਂ ਮੁਸ਼ਕਲਾਂ ਆ ਸਕਦੀਆਂ ਨੇ ਤੇ ਆਹ ਸਾਡਾ ਸਪੋਰਟ ਸਟਰਕਚਰ ਹੈਗਾ ਤੁਹਾਡੇ ਨਾਲ, ਅਸੀਂ ਤੁਹਾਡੇ ਨਾਲ ਆ। ਉਹ ਆਪਣੇ ਇਸ ਕੇਸ ਦੇ ਵਿੱਚ ਉਹ ਵੈਭਵ ਦੇ ਨਾਲ ਨਹੀਂ ਸੀ, ਵੈਭਵ ਨੂੰ ਇਕੱਲੇ ਨੂੰ ਛੱਡ ਦਿੱਤਾ ਸੀ ਤੇ ਉਹਦੇ ਬਾਅਦ ਉਹਨਾਂ ਨੇ ਆਪਣੀ ਰੈਪੂਟੇਸ਼ਨ ਮੈਨੇਜ ਕਰਨ ਦੀ ਕੋਸ਼ਿਸ਼। ਸੋ ਉਹਦੇ ਵਿੱਚ ਇਹ ਹੈ ਕਿ ਸਪੋਰਟ ਲਾਈਨ ਜਿਹੜੀ ਹੈ ਉਹਦੇ 'ਚ ਤੁਸੀਂ ਹੈਂਡ ਹੋਲਡਿੰਗ ਕਰਨੀ ਪੈਂਦੀ ਹੈ, ਤੁਹਾਨੂੰ ਹੱਥ ਫੜ ਕੇ ਉਹਨਾਂ ਨੂੰ ਬਿਠਾਉਣਾ ਪੈਂਦਾ, ਹੱਥ ਫੜ ਕੇ ਸਮਝਾਉਣਾ ਪੈਂਦਾ ਜਦ ਤੱਕ ਉਹ ਚੰਗੇ ਡਾਕਟਰ ਨਹੀਂ ਬਣ ਜਾਂਦੇ। ਉਹਦੇ ਵਾਸਤੇ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਟਰਾਂਸਪੇਰੈਂਟ ਚਾਹੀਦੀਆਂ ਨੇ। ਉਹ ਨਾਲ ਹਰ ਇੱਕ ਜਿਹੜਾ ਉੱਥੇ ਪ੍ਰੋਫੈਸਰ ਹੈ ਉਹ ਬੱਚੇ ਦੀ ਸਪੋਰਟ ਕਰਨਾ ਚਾਹੀਦਾ, ਬੱਚੇ ਦੇ ਖਿਲਾਫ ਨਹੀਂ ਕਰਨਾ ਚਾਹੀਦਾ। ਹਾਂ ਵਿਵੇਕ ਸਰ, ਮੈਨੂੰ ਤੁਹਾਡੇ ਤੋਂ ਇਹ ਜਾਣਨਾ ਹੈ ਕਿ ਹੁਣ ਅੱਗੇ ਕੀ ਹੈ, ਤੁਸੀਂ ਕਿਸ ਤਰੀਕੇ ਦਾ ਕਦਮ ਚੱਕ ਰਹੇ ਹੋ? I want to know ਕਿ what kind of justice or accountability do you feel is necessary now? ਸੋ ਬੇਸਿਕਲੀ ਦੇਖੋ ਜੀ, ਸਾਡਾ ਮੁੰਡਾ ਤਾਂ ਚਲਾ ਗਿਆ, ਅਸੀਂ ਇਹ ਚਾਹਾਂਗੇ ਕਿ ਇਹ ਦਾ ਕਿਸੇ ਹੋਰ ਫੈਮਿਲੀ ਦੇ ਨਾਲ ਨਾ ਹੋਵੇ, ਕਿਉਂਕਿ ਦ ਥਿੰਗ ਇਜ਼ ਇੱਥੇ ਅਕਾਊਂਟੇਬਿਲਿਟੀ ਦੀ ਤੁਸੀਂ ਗੱਲ ਕੀਤੀ ਹੈ ਤੇ ਜਿਹੜੀਆਂ ਅਥਾਰਟੀਜ਼ ਨੇ ਇਹ ਡਿਸੀਜ਼ਨ ਲਏ ਨੇ, ਦੇ ਸ਼ੁੱਡ ਬੀ ਵੈਲ ਟ੍ਰੇਨਡ। ਜੇ ਉਹ ਨਹੀਂ ਟ੍ਰੇਨਡ ਹੈਗੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਨਾ। ਹੁਣ ਤੁਸੀਂ ਕਹਿੰਦੇ ਮੈਨੂੰ ਕੀ ਚਾਹੀਦਾ ਹੈਗਾ ਵਾ, ਇਟ ਸ਼ੁੱਡ ਬੀ ਅ ਕਾਈਂਡ ਆਫ ਅ ਲੈਸਨ ਫॉर एवरीवन ਕਿ ਭਾਈ ਇਹ ਗਾਹਾਂ ਤੋਂ ਇਹੋ ਜਿਹੀ ਗੱਲ ਨਾ ਹੋਵੇ। ਅਸੀਂ ਇਸ ਨੂੰ ਕਿਸ ਤਰੀਕੇ ਨਾਲ ਰੋਕ ਸਕਦੇ ਹਾਂ? ਸੋ ਮੈਂ ਜੇ ਕਹਾਂਗਾ ਕਿ ਭਾਈ ਉਹ ਸਾਰੇ ਦੇ ਸਾਰੇ ਫਾਇਰ ਕਰ ਦਿੱਤੇ ਜਾਣ, if they are incompetent, they should be they are all proofs। ਜਿੰਨੇ ਵੀ ਉਹ ਸਾਰੇ ਉੱਤੇ ਕੀ ਨਾਮ, ਜਿੰਨੇ ਵੀ ਉਹ 7-8 ਬੰਦੇ ਉਹ ਈਮੇਲ ਚੇਂਜ ਦੇ ਜਿਹੜੇ ਸਾਡੇ ਆਏ ਨੇ, ਜਿਨ੍ਹਾਂ ਨੇ ਡਿਸੀਜਨ ਲਿਆ ਹੈਗਾ ਵਾ, none of them did their job properly. One blind following the other blind. I want to add one thing. It's just like one student versus entire group of officials. ਇੱਕ ਪਾਸੇ ਇੱਕ ਸਟੂਡੈਂਟ ਖੜਾ ਹੈ, ਦੂਸਰੀ ਤਰਫ ਪੂਰੇ ਆਫੀਸ਼ੀਅਲਸ ਨੇ ਜਿਹੜੇ ਪੋਜੀਸ਼ਨਸ ਤੇ ਹੈਗੇ ਨੇ, ਇੱਕ ਨੇ ਵੀ ਟਾਈਮ ਨਹੀਂ ਲਿੱਤਾ ਕਿ ਇਸ਼ੂ ਰਿਜ਼ੋਲਵ ਕਰ ਲਈਏ। Someone is a director, someone is a dean, someone is a president of the school, someone is the chair of the department. They all are doctors. They all are educated. They all are educated professors and doctors. ਇੱਕ ਸਟੈਪ ਵੀ ਕਿਸੇ ਨੇ ਨਹੀਂ ਲਿੱਤਾ, ਡਿਊ ਪ੍ਰੋਸੈਸ ਵਾਸਤੇ ਕਿਸੇ ਨੇ ਇੰਟਰਵੀਨ ਨਹੀਂ ਕੀਤਾ। ਉਹਨਾਂ ਨੇ ਇਹ ਦੇਖ ਲਿਆ ਕਿ ਮੁੰਡੇ ਦੀ ਕੰਪਲੇਂਟ ਇੱਕ ਕੁੜੀ ਨੇ ਕੀਤੀ ਹੈ, ਮੁੰਡੇ ਨੇ ਗਲਤੀ ਕੀਤੀ ਹੋਣੀ ਹੈ। ਉਹ ਭਾਈ ਪੁੱਛੋ ਤਾਂ ਸੀ ਪਹਿਲਾਂ ਮੁੰਡੇ ਨੇ ਕੀਤਾ ਕੀ ਹੈ? ਮੁੰਡੇ ਨੇ ਕੁਝ ਕੀਤਾ ਹੀ ਨਹੀਂ।
I get it. So So we we- want to add one हाँ, more thing in this जी. one, ki ban on late night emails, threatening emails. late night ਜਿਹੜੀਆਂ threats That email did not do any purpose there. It just ignite the fire. ਆ email ਨਹੀਂ ਜਾਂਦੀ ਤਾਂ ਅੱਜ ਆਪਾਂ ਏਦਾਂ ਗੱਲ ਨਹੀਂ ਕਰ ਰਹੇ ਬਿਲਕੁਲ ਆਈ ਥਿੰਕ ਸਿਸਟਮ ਐਂਡ ਅਥਾਰਟੀਜ਼ ਨੀਡ ਟੂ ਹੇਅਰ, ਲੇਕਿਨ ਗੱਲ ਉਹੀ ਹੈ ਨਾ ਕਿ ਸੁਣਦੀਆਂ ਕਿਉਂ ਨਹੀਂ ਹੈ ਫਿਰ, ਤੇ ਕਿਵੇਂ ਸੁਣਾਇਆ ਜਾ ਸਕਦਾ ਹੈ ਫਿਰ ਉਹਨਾਂ ਨੂੰ? ਸੋ I just want to summarize that ਜਿੱਦਾਂ ਗੱਲ ਕਰ ਰਹੇ ਹਾਂ, ਸਾਡਾ ਜਿਹੜਾ ਮੇਨ ਹੁਣ ਐਕਸਪੈਕਟੇਸ਼ਨ ਕੀ ਹੈ, ਸਾਨੂੰ ਜਿਹੜੀ ਹੈਲਪ ਪਬਲਿਕ ਤੋਂ ਕੀ ਚਾਹੀਦੀ ਜੀ ਹੈ। ਯਾ ਫੇਸਬੁੱਕ ਹੈਗਾ ਆ, ਉਹਦੀ YouTube ਵੀਡੀਓ ਆ, ਇੰਸਟਾਗ੍ਰਾਮ ਹੈ, ਵੈਬਸਾਈਟ ਆ। ਜੀ ਜੀ ਤੋ ਉਹ ਚਾਹੁੰਦੇ ਵੀ ਵੱਧ ਤੋਂ ਵੱਧ ਫੋਲੋ ਕਰੋ ਇੰਸਟਾਗ੍ਰਾਮ ਤੇ। ਕਿਉਂ ਫੋਲੋ ਕਰੋ? ਕਿਉਂਕਿ ਅਸੀਂ ਇਹ ਤੋਂ ਮੇਨ ਸਟ੍ਰੀਮ ਮੀਡੀਆ ਜਿਹਦਾ ਤੁਹਾਡੇ ਕੋਲ ਆਏ ਆ, ਮੇਨ ਸਟ੍ਰੀਮ ਮੀਡੀਆ ਤੇ ਜਾਈਏ, ਫਿਰ ਅਸੀਂ ਲਾ ਚੇਂਜ ਕਰਾਉਣਾ ਚਾਹੁੰਦੇ ਆ ਸਟੇਟ ਦੇ ਲੈਵਲ ਤੇ, ਫੈਡਰਲ ਲੈਵਲ ਤੇ, ਕਿ ਰਿਕੁਆਇਰਮੈਂਟ ਹੋਏ ਸਕੂਲ ਨੂੰ ABC ਕਰਨਾ ਹੀ ਪੈਣਾ ਹੈ। ਸਿਮਿਲਰ ਕੇਸ ਹੋਇਆ ਹੈ ਕੈਲੀਫੋਰਨੀਆ 'ਚ ਕੇਟੀ ਮਾਇਰ ਦੇ ਨਾਲ, 4 ਸਾਲ ਲੱਗੇ ਉਹ ਪੇਰੈਂਟਸ ਨੂੰ, ਉਹ ਕੁੜੀ ਨੇ ਵੀ ਵਿਚਾਰੀ ਨੇ ਆਪਣੇ ਆਪ ਨੂੰ ਆਪਣੀ ਜਾਨ ਲੈ ਲਈ। ਜੀ ਸਿਮਿਲਰ ਜੀ ਆਈ ਤੇ ਹਰਡ ਉੱਥੇ ਲਾ ਚੇਂਜ ਹੋਏ ਨੇ। ਸੋ ਅਸੀਂ ਇਹ ਵਾਇਰਲ ਕਰੀਏ ਸਾਰੀ ਇਨਫੋਰਮੇਸ਼ਨ, ਹਰ ਇੱਕ ਨੂੰ ਪਤਾ ਲੱਗੇ, ਤਾਂ ਕਿ ਜਦੋਂ ਅਸੀਂ ਸਟੇਟ ਲੈਵਲ ਤੇ ਪਹੁੰਚੀਏ, ਫੈਡਰਲ ਲੈਵਲ ਤੇ ਪਹੁੰਚੀਏ, ਤੇ ਥਾਊਜ਼ੈਂਡਸ ਆਫ ਵਿਊ ਦੁਨੀਆ ਨੂੰ ਪਤਾ ਹੋਏ, ਤਾਂ ਕਿ ਉਹ ਸਾਡੀ ਸੁਣਵਾਈ ਕਰਨ ਕਿ ਹਾਂ ਲਾ ਚੇਂਜ ਕਰਾਈਏ। ਸਭ ਤੋਂ ਇੰਪੋਰਟੈਂਟ ਪਾਰਟ ਇਹ ਹੈ ਕਿ ਆਪਾਂ ਨੂੰ ਜਿਹੜੇ ਲੋਕਾਂ ਨੂੰ ਨਹੀਂ ਪਤਾ ਕਿ ਇਹ ਜਿਹੜੇ ਕਾਲਜਸ ਨੇ ਇਹ ਇਮਿਊਨ ਹੁੰਦੇ ਜੀ ਇਹਨਾਂ ਆਪਣੇ ਡਿਸੀਜਨ ਮੇਕਿੰਗ ਤੋਂ, ਇਹਨਾਂ ਦੇ ਵਰਕਿੰਗ ਪ੍ਰੋਸੈਸ ਤੋਂ। ਸੋ ਸਾਨੂੰ ਚਾਹੀਦੀ ਹੈ ਕਿ ਇਹਨਾਂ ਦੀ ਇਮਿਊਨਿਟੀ ਖਤਮ ਕੀਤੀ ਜਾਵੇ, ਇਹ ਫੁੱਲੀ ਅਕਾਊਂਟੇਬਲ ਹੋਣ ਆਪਣੇ ਐਕਸ਼ਨਸ ਦੇ। ਯਾਨੀ ਕਿ ਇਮਿਊਨਿਟੀ ਦਾ ਮਤਲਬ ਇਹ ਹੈ ਕਿ ਉਹ ਜੋ ਮਰਜ਼ੀ ਕਰਨ, ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਦਾਅਵੇ 'ਚ ਕੰਮ ਨਹੀਂ ਆਉਣੇ। ਬਟ ਮੈਨੂੰ ਹਾਂ ਮੇਰੇ ਕੋਲ ਸਮਾਂ ਘੱਟ ਹੈ, ਲੇਕਿਨ ਮੈਂ ਜ਼ਰੂਰ ਇਹ ਜਾਨਣਾ ਚਾਹੁੰਦੀ ਹਾਂ ਐਂਡ ਕਿ ਫਸਟ ਟਾਈਮ ਜਦੋਂ ਇਹ ਕੋਈ ਵੀ ਸੁਣੇਗਾ ਨਾ, ਇਸ ਟ੍ਰੈਜੇਡੀ ਬਾਰੇ ਸੁਣੇਗਾ, ਤੇ ਉਸਦੇ ਮਾਈਂਡ ਵਿੱਚ ਅੱਜ ਕੱਲ ਕੀ ਆ ਰਿਹਾ ਹੈ ਕਿ ਇੰਡੀਅਨ origin ਹੈ, ਕਾਫੀ ਟਾਈਮ ਤੋਂ ਇੱਥੇ ਰਹਿਣੇ ਨੇ, ਹੋ ਸਕਦਾ ਹੈ ਕਿ ਕੁਝ ਹੋਰ ਫੈਕਟਰਸ ਵੀ ਇਨਵੋਲਵ ਹੋਣ, ਰੇਸਿਜ਼ਮ ਦਾ ਹੋ ਸਕਦਾ ਹੈ, ਜਿਵੇਂ ਡਿਸਕ੍ਰਿਮੀਨੇਸ਼ਨ ਦੀ ਗੱਲ ਤਾਂ ਤੁਸੀਂ ਬਹੁਤ ਪਹਿਲਾਂ ਬਿਗਨਿੰਗ ਵਿੱਚ ਹੀ ਕਰ ਰਹੇ ਹੋ, ਲੇਕਿਨ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਐਂਡ ਜੋ ਉਹ ਆਈ ਸੀਗੀ, ਜਿਹੜੀ ਪੇਸ਼ੈਂਟ ਆਈ ਸੀਗੀ ਜਿਹਨੇ ਸਾਰੇ ਐਲੀਗੇਸ਼ਨਸ ਲਗਾਏ, ਉਹਦਾ ਮੋਟਿਵ ਕੀ ਸੀਗਾ? ਕੁਝ ਇਹਨੂੰ ਲੈ ਕੇ ਕੋਈ ਜੋ ਤੁਸੀਂ ਗੱਲ ਕਹਿਣਾ ਚਾਹੋ? ਸਾਨੂੰ ਜੋ ਲੱਗਦਾ ਬੇਸਡ ਔਨ ਸਾਡੀ ਜਿੰਨੀ ਕਿ ਸਾਨੂੰ ਪਤਾ ਹੈ ਗੱਲ, ਕਿ ਜਾਂ ਤੇ ਉਹ ਕੌਨ ਆਰਟਿਸਟ ਸੀ ਕੋਈ, ਵੀ ਮੇਬੀ ਆਲਰੇਡੀ ਪ੍ਰੀ ਪਲਾਨ ਕੀਤਾ ਪਿਆ ਸੀ ਉਹਨੇ। ਦੂਜਾ ਜਿਹੜੀ ਇੱਕ ਗੱਲ ਆਈ ਥਿੰਕ ਉਹਨੇ ਨੂੰ ਦੱਸੀ ਨਹੀਂ, ਕਿ ਉਹਨੇ ਜਦੋਂ ਇੰਸਟਾਗ੍ਰਾਮ ਮੈਸੇਜ ਭੇਜਿਆ ਵਿਦਿਨ 1 ਆਵਰ ਉਹਨੇ ਬਲੌਕ ਕਰਤਾ, ਬਿਕਾਜ਼ ਕਿਸੇ ਫਰੈਂਡ ਨੇ ਉਹਨੂੰ ਕਿਹਾ ਵੀ ਡਾਕਟਰ ਪੇਸ਼ੈਂਟ ਆ, ਤੂੰ ਨਹੀਂ ਕਰ ਸਕਦਾ। ਕਹਿੰਦਾ ਉਹ ਅੱਛਾ, ਮੈਨੂੰ ਤੇ ਚੇਤਾ ਨਹੀਂ ਸੀ, ਮੈਂ ਬਲੌਕ ਕਰਤਾ। ਜਾਂ ਉਹ ਖਿੱਚ ਕੇ ਬਲੌਕ ਕਰਕੇ, ਜਿੱਦਾਂ ਵੀ ਸ਼ੀ ਲਾਈਕਡ ਹਿਮ ਐਂਡ ਸ਼ੀ ਵਾਂਟਡ ਟੂ ਹੈਵ ਸਮ ਕਾਈਂਡ ਆਫ ਬਟ ਜਦੋਂ ਉਹਨੂੰ ਲੱਗਾ ਰਿਜੈਕਸ਼ਨ, ਉਹਦੇ ਰਿਜੈਕਸ਼ਨ ਤੇ ਕੀਤੀ ਕੰਪਲੇਂਟ। ਓਕੇ ਇਹ ਲੱਗਦਾ ਓਕੇ ਦੋ ਰੀਜ਼ਨ ਓਕੇ ਵੀ ਉਹਦੇ, ਬਟ ਉਹਦਾ ਪਾਸਾ ਉਹਨਾਂ ਦੇਖਿਆ ਨਹੀਂ, ਪੱਖ ਬਿਲਕੁਲ। ਅਨਫੋਰਚੂਨੇਟਲੀ ਸਰ, ਅਸੀਂ ਮੀਡੀਆ ਵਿੱਚ ਬਹੁਤ ਸੇ ਇਹੋ ਜਿਹੀਆਂ ਖਬਰਾਂ ਅਸੀਂ ਦੇਖਦੇ ਹਾਂ ਆਲ ਓਵਰ ਦ ਵਰਲਡ, ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਓਬਜ਼ਰਵ ਕਰਦੇ ਹਾਂ, ਐਂਡ ਜੋ ਮੈਂ ਹੁਣ ਤੱਕ ਓਬਜ਼ਰਵ ਕੀਤਾ ਹੈ ਕਿ ਜਦੋਂ ਵੀ ਆਪਾਂ ਇਸ ਤਰੀਕੇ ਦੇ ਕਿਸੇ ਬੱਚੇ ਦੀ ਆਪਾਂ ਕੋਈ ਟ੍ਰੈਜਡੀ ਇਸ ਤਰੀਕੇ ਦੀ ਦੇਖਦੇ ਹਾਂ, ਜੋ ਬੱਚਾ ਪੜ੍ਹ ਰਿਹਾ ਹੈ ਜਾਂ ਫਿਰ ਆਪਣੀ ਜ਼ਿੰਦਗੀ ਉਹਨੇ ਖਤਮ ਕਰ ਲਈ ਕਿਉਂਕਿ ਉਹ ਸਟ੍ਰੈਸ ਨੂੰ ਝੇਲ ਨਹੀਂ ਪਾਇਆ, ਜਾਂ ਉਹਨੂੰ ਨਹੀਂ ਪਤਾ ਕਿ ਹੁਣ ਅੱਗੇ ਮੈਂ ਕਿੱਦਾਂ ਸਰਵਾਈਵ ਕਰਾਂਗੇ, ਮੈਂ ਤੇ ਇਹਨੂੰ ਲੈ ਕੇ, ਇਸ ਬੋਝ ਨੂੰ ਲੈ ਕੇ ਮੈਂ ਕਦੀ ਅੱਗੇ ਜੀ ਹੀ ਨਹੀਂ ਸਕਦਾ। ਹਮੇਸ਼ਾ ਉਸ ਦੀ ਗੱਲ ਨੂੰ ਕਿਉਂ ਨਹੀਂ ਸੁਣਿਆ ਜਾਂਦਾ? ਕਿਉਂ ਸਿਸਟਮ 'ਚ ਇਹੋ ਜਿਹੇ ਲੂਪ ਹੋਲ ਨੇ ਕਿ ਉਹ ਕਦੀ ਫਿਲ ਹੀ ਨਹੀਂ ਹੋ ਰਹੇ? ਇਨਫੈਕਟ ਉਹ ਤੇ ਗੈਪ ਵੱਧਦਾ ਜਾ ਰਿਹਾ ਹੈ। ਅਗੇਨ ਮੈਂ ਇਹ ਕਹਾਂਗੀ ਸਿਸਟਮ ਅਥਾਰਟੀ ਨੇ ਸਾਰਿਆਂ ਨੂੰ ਸੁਣਨ ਦੀ ਲੋੜ ਹੈਗੀ, ਲੇਕਿਨ ਉਹ ਸੁਣ ਕਿਉਂ ਨਹੀਂ ਰਹੀ ਹੈ? ਐਨੀਵੇਜ਼ ਕੋਸ਼ਿਸ਼ ਇਹੀ ਹੈ ਕਿ ਇਹੋ ਜਿਹੇ ਮੰਚਾਂ ਤੋਂ ਇਸ ਤਰੀਕੇ ਦੀ ਜਿਹੜੀ ਚਰਚਾ ਉਹ ਲੋਕਾਂ ਤੱਕ ਜਾਵੇ, ਤਾਂ ਕਿ ਲੋਕੀ ਅਵੇਅਰ ਹੋਣ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਕਿ ਤੁਸੀਂ ਆਏ। ਜਿੱਦਾਂ ਮੈਂ ਸਟਾਰਟਿੰਗ ਵਿੱਚ ਵੀ ਕਹਿ ਰਹੀ ਸੀ, ਵਿਵੇਕ ਸਰ, ਨੀਰੂ ਮੈਮ, ਤੁਸੀਂ ਸਾਡੇ ਨਾਲ ਜੁੜੇ ਐਂਡ ਇਹ ਗੱਲ ਕਰਨੀ ਐਂਡ ਇੱਕ ਪੋਜ਼ਿਟਿਵ ਅਪਰੋਚ ਦੇ ਨਾਲ ਤੁਸੀਂ ਨਾ ਸਭ ਕੁਝ ਹੋਣ ਦੇ ਬਾਵਜੂਦ ਤੁਸੀਂ ਅੱਗੇ ਚੱਲ ਰਹੇ ਹੋ, ਤਾਂ ਕਿ ਲੋਕੀ ਅਵੇਅਰ ਹੋਣ, ਕਿਸੇ ਦੂਸਰੇ ਦੇ ਬੱਚੇ ਨਾਲ ਇਹ ਚੀਜ਼ ਜਿਹੜੀ ਨਾ ਹੋ ਪਾਵੇ। ਹੈਟਸ ਆਫ ਟੂ ਯੂ ਐਂਡ ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਜੁੜੇ ਤੇ
ਆਪਣੀ ਗੱਲ ਤੁਸੀਂ ਅੱਜ ਰੱਖੀ ਹੈ, ਲੇਕਿਨ ਮੈਂ ਨਾਲ ਦੇ ਨਾਲ ਇਹ ਵੀ ਕਹਿਣਾ ਚਾਹੂੰਗੀ ਕਿ ਇਹ ਜਿਹੜੀ ਚਰਚਾ ਹੈ ਨਾ, ਇਹ ਇੱਥੇ ਹੀ ਨਹੀਂ ਖਤਮ ਹੋਣੀ ਚਾਹੀਦੀ। ਵੈਭਵ ਦੀ ਕਹਾਣੀ ਸਾਨੂੰ ਇਹ ਕਿਤੇ ਨਾ ਕਿਤੇ ਯਾਦ ਦਿਲਾਉਂਦੀ ਹੈ ਕਿ ਸਿਸਟਮ ਨੂੰ ਸਿਰਫ ਰੂਲਸ ਹੀ ਨਹੀਂ, ਇਨਸਾਨ ਵੀ ਤੇ ਦੇਖਣੇ ਚਾਹੀਦੇ ਨੇ। ਐਂਡ ਆਪਾਂ ਅੱਜ ਗੱਲ ਕੀਤੀ ਮੈਂਟਲ ਹੈਲਥ ਸਪੋਰਟ ਦੀ, ਆਪਾਂ ਗੱਲ ਕੀਤੀ ਹੈ ਜੋ ਕਿ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ। ਇੱਕ ਫੇਅਰ ਇਨਕੁਆਇਰੀ ਦੀ ਗੱਲ ਹੋਣੀ ਚਾਹੀਦੀ ਹੈ, ਤੇ ਐਮਪੈਥੀ ਜੋ ਕਿ ਵੈਭਵ ਦੇ ਨਾਲ ਤੇ ਸਾਨੂੰ ਕਿਤੇ ਵੀ ਨਜ਼ਰ ਆਈ ਹੀ ਨਹੀਂ। ਇਹ ਆਪਸ਼ਨਲ ਚੀਜ਼ਾਂ ਨਹੀਂ ਹੈ, ਮੈਨੂੰ ਲੱਗਦਾ ਇਹ ਆਪਸ਼ਨਲ ਨਹੀਂ ਹੈ, ਇਹ ਤੇ ਜ਼ਰੂਰਤਾਂ ਨੇ ਬਈ। ਅੱਜ ਅਗਰ ਅਸੀਂ ਇਹ ਮੁੱਦਾ ਸਮਝ ਲਾਂਗੇ ਤਾਂ ਸ਼ਾਇਦ ਕੱਲ ਕੋਈ ਹੋਰ ਸਟੂਡੈਂਟ ਐਵੇਂ ਇਕੱਲਾ ਮਹਿਸੂਸ ਨਹੀਂ ਕਰੂਗਾ ਜਿਵੇਂ ਸ਼ਾਇਦ ਵੈਭਵ ਨੇ ਕੀਤਾ ਹੋਵੇਗਾ। ਇਹ ਸ਼ੋਅ ਕਿਸੇ ਨੂੰ ਟਾਰਗੇਟ ਕਰਨ ਲਈ ਵੀ ਨਹੀਂ ਹੈ, ਬਲਕਿ ਇਨਸ਼ੋਰ ਕਰਨ ਲਈ ਹੈ ਕਿ ਫਿਊਚਰ 'ਚ ਕਿਸੇ ਵੈਭਵ ਦੀ ਜ਼ਿੰਦਗੀ ਇਸ ਤਰੀਕੇ ਨਾਲ ਰੁਕੇ। ਅਵੇਅਰਨੈਸ ਹੀ ਪਹਿਲਾ ਕਦਮ ਹੈ ਚੇਂਜ ਵੱਲ। ਵੈਭਵ ਨੂੰ ਇਨਸਾਫ ਦੇਣਾ ਸਿਰਫ ਇੱਕ ਪਰਿਵਾਰ ਦੀ ਲੜਾਈ ਨਹੀਂ ਹੈ, ਇਸ ਸਿਸਟਮ ਨੂੰ ਜ਼ਿਆਦਾ ਇਨਸਾਫੀ ਤੇ ਜ਼ਿਆਦਾ ਹਿਊਮਨ ਬਣਾਉਣ ਦੀ ਰਿਸਪੌਂਸਿਬਿਲਿਟੀ ਹੈ। ਸ਼ੁਕਰੀਆ ਅਦਾ ਕਰਨਾ ਚਾਹਾਂਗੀ ਇੱਕ ਵਾਰ ਤੁਹਾਡੇ ਸਾਰਿਆਂ ਦਾ ਮੈਂ, ਤੁਸੀਂ ਸਾਡੇ ਨਾਲ ਜੁੜੇ। ਤੇ ਅੱਜ ਦਾ ਮੁੱਦਾ ਅਸੀਂ ਇੱਥੇ ਹੀ ਫੁੱਲ ਸਟਾਪ ਲਗਾਉਂਦੇ ਹਾਂ, ਇੱਥੇ ਹੀ ਮੁਕਾਉਂਦੇ ਹਾਂ। ਪਰ ਇਹ ਸਵਾਲ ਸਾਡੇ ਸਭ ਦੇ ਨਾਲ ਰਹਿਣਾ ਚਾਹੀਦਾ ਹੈ ਜਿਹੜੇ ਅੱਜ ਚੱਕੇ ਨੇ ਆਪਾਂ ਇਸ ਮੰਚ ਤੋਂ। ਤੇ ਅੱਜ ਦੇ ਇਸ ਐਪੀਸੋਡ ਨੂੰ ਲੈ ਕੇ ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦੇਣਾ ਜੀ, ਤੁਹਾਡਾ ਵੈਲਿਊਏਬਲ ਫੀਡਬੈਕ ਅਸੀਂ ਜ਼ਰੂਰ ਵੇਖਣਾ ਚਾਹਾਂਗੇ info@justbroadcasting.com ਜਾਂ geet@justbroadcasting.com ਤੇ। ਇਸ ਦੇ ਨਾਲ ਹੀ ਇਜਾਜ਼ਤ ਦੇਣਾ ਜੀ ਅੱਜ ਦਾ ਮੁੱਦਾ ਦੇ ਵਿੱਚ ਇੰਨਾ ਹੀ। ਸਤਿ ਸ਼੍ਰੀ ਅਕਾਲ, ਰੱਬ ਰੱਖ।